ਤਾਜਪੁਰ ਰੋਡ ਤੇ ਪਹਿਲੇ ਵੀ ਅਸੀਂ ਖਬਰ ਚਲਾਈ ਸੀ ਡੈਰੀ ਏ ਬਲੋਕ ਦੀ, ਜਿੱਥੇ ਮਾਈਨਿੰਗ ਹੋ ਰਹੀ ਸੀਗੀ। ਮਾਈਨਿੰਗ ਜਦੋਂ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮਾਈਨਿੰਗ ਬੰਦ ਕਰ ਦਿੱਤੀ ਸੀਗੀ। ਲੇਕਿਨ ਅੱਜ ਨੂੰ ਰਾਤ ਦੇ ਹਨੇਰੇ ਦੇ ਵਿੱਚ ਜੇਸੀਬੀ ਲੱਗੀ ਹੋਈ ਹੈ। ਆਖਿਰ ਕਿਉਂ ਲੱਗੀ ਜੇਸੀਬੀ? ਤੇ ਤੁਸੀਂ ਦੇਖ ਸਕਦੇ ਹੋ ਕਿ ਪੋਪਲੇ ਨਹੀਂ ਕਿਹਾ ਜਾ ਸਕਦਾ ਕਿ ਇੰਨੇ ਵੱਡੇ ਵੱਡੇ ਬਕਟ ਭਰ ਕੇ ਰੇਤਾ ਜਿਹੜਾ ਸਾਈਡ ਤੇ ਸੱਟਿਆ ਜਾ ਰਿਹਾ, ਇੰਨੇ ਵੱਡੇ ਟਿੱਲੇ ਬਣਾਏ ਜਾ ਰਹੇ ਨੇ, ਸਾਰਾ ਰਸਤਾ ਜਿਹੜਾ ਪੱਧਰ ਕੀਤਾ ਜਾ ਰਿਹਾ। ਜੋ ਹਾਲਾਤ ਦੇਖਣ 'ਚ ਤਾਂ ਚੋਰੀ ਦੇ ਕੰਮ ਨੇ। ਇਹ ਸਰਕਾਰ ਦਾ ਕੰਮ ਤਾਂ ਲੱਗ ਹੀ ਨਹੀਂ ਰਿਹਾ। ਇਹ ਸਰਕਾਰ ਦਾ ਕੰਮ ਹੁੰਦਾ ਤੇ ਇੱਥੇ ਸਿਸਟਮ ਲੱਗਿਆ ਹੁੰਦਾ ਰੋਕਣ ਲਈ, ਕੋਈ ਵਿੱਚ ਜਾਵੇ ਨਾ। ਗਾਵਾਂ ਖੁੱਲੀਆਂ ਘੁੰਮਦੀਆਂ ਨੇ, ਸਾਹਮਣੇ ਗੇਟ ਖੁੱਲੇ ਹੋਏ ਨੇ, ਖੱਡੇ ਸਾਹਮਣੇ ਵੱਜੇ ਹੋਏ ਨੇ, ਬੰਦਾ ਵੀ ਜਾ ਕੇ ਗਿਰ ਸਕਦਾ, ਗਾਵਾਂ ਵੀ ਗਿਰ ਸਕਦੀਆਂ ਨੇ। ਜੇ ਕਰਨਾ ਕੰਮ ਆ ਕੇ ਜੀ ਕੰਮ ਦਿਨੇ ਚੱਲਦੇ, ਕੰਮ ਬੋਰਡ ਲੱਗਿਆ ਹੋਵੇ, ਕੋਈ ਅਫਸਰ ਖੜਾ ਹੋਵੇ, ਕੋਈ ਇਕੱਲਾ ਮਸ਼ੀਨ ਨਾਲ ਲੱਗਿਆ ਹੋਇਆ, ਜਿਆਦਾ ਕੋਈ ਜੇਈ ਕੋਈ ਆ ਕੇ ਕੋਲੇ ਖੜੇ ਤਾਂ ਸੀ ਆ ਕੇ ਕੋਈ ਅਫਸਰ। ਇਹ ਇਹਨਾਂ ਦਾ ਫੋਨ ਹੈ, ਤੁਹਾਨੂੰ ਦਿਖਾਇਆ ਜਾ ਰਿਹਾ ਕਿ ਇਹਨਾਂ ਦੇ ਫੋਨ ਦੇ ਉੱਤੇ ਹੀ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸਾਡੀ ਫੋਟੋ ਖਿੱਚੀ ਗਈ ਹੈ ਇਹਨਾਂ ਦੇ ਫੋਨ ਦੇ ਉੱਤੇ। ਬੇਸ਼ੱਕ ਫੋਟੋ ਖਿੱਚ ਲਿੱਤੀ ਗਈ ਹੋਈ ਆ। ਇਹ ਸੋਚਦੇ ਹੋਣਗੇ ਕਿ ਕਿਹੜਾ ਪੱਤਰਕਾਰ ਆ ਗਿਆ, ਲੇਕਿਨ ਅਸੀਂ ਡਰਨ ਵਾਲੇ ਨਹੀਂ ਆ। ਅਸੀਂ ਸੱਚ ਦਿਖਾਵਾਂਗੇ ਕਿ ਆਖਿਰ ਕੀ ਕੰਮ ਹੋ ਰਿਹਾ ਵੈ। ਗੱਲ ਨਾਲ ਤੁਹਾਡੇ ਨਾਲ ਸੈਲਫੀ ਨਹੀਂ ਲੈਣੀ, ਤੁਹਾਡੀ ਫੋਟੋ ਲੈਣੀ ਚਾਹੁੰਦਾ ਵਾ ਕਿ ਪਤਾ ਲੱਗੇ, ਜਾਂ ਕਿਸੇ ਨੂੰ ਭੇਜਾਂਗਾ ਮੈਂ ਅੱਗੇ, ਜਾਂ ਡਰਾਵਾਂਗਾ, ਜਾਂ ਇਸ ਬੰਦੇ ਨੂੰ ਕਿੱਦਾਂ ਦਬੇਗਾ, ਇਦਾਂ ਦਾ ਕੁਝ ਕਰਨਾ ਚਾਹੁੰਦੇ ਹੋਣੇ ਆ। ਹੋਰ ਤਾਂ ਕੋਈ ਫੋਟੋ ਲੈਣ ਦਾ ਤਾਂ ਮਕਸਦ ਹੀ ਨਹੀਂ ਹੈ। जो पहली खबर चली लुधियाना लाइव में, उसमें सारा रेता निकाल के टिप्पर भरे गए थे। वो रेता कहाँ पे रखा आपने? रेता सर निकला ही नहीं है, मलबा निकला है, मलबा पड़ा है, देखो ना। तो आपको मैं वीडियो भेज रहा हूँ, उसमें आप देखो कि मलबा की रेता है। ਭਾਜੀ ਉਹ ਕਹਿੰਦੇ ਅਸੀਂ ਠੇਕੇਦਾਰ ਨੇ, ਅਸੀਂ ਕੰਮ ਕਰਨਾ ਜੀ, ਇਹ ਸਾਨੂੰ ਕੋਈ ਨਹੀਂ ਰੋਕ ਸਕਦਾ। ਅਗਲਾ ਇੱਥੇ ਕਹਿ ਕੇ ਗਿਆ ਭਾਜੀ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਬੇਸ਼ੱਕ ਭਗਵੰਤ ਮਾਨ ਦੀ ਸਰਕਾਰ ਹੈ, ਭਗਵੰਤ ਮਾਨ ਸਾਹਿਬ ਦੇ ਦਾਅਵੇ ਬੜੇ ਸੋਹਣੇ ਹੁੰਦੇ ਨੇ, ਦਾਅਵੇ ਵੀ ਸੋਹਣੇ ਹੁੰਦੇ ਨੇ, ਲੇਕਿਨ ਸਰਕਾਰੀ ਕੰਮਾਂ ਦੀ ਗੱਲ ਕੀਤੀ ਜਾਵੇ, ਸਰਕਾਰੀ ਕੰਮ 506 ਵਜੇ ਤੱਕ ਹੁੰਦੇ ਨੇ। ਲੇਕਿਨ ਸਮਾਂ ਜਿਹੜਾ 7 ਵੱਜ ਚੁੱਕੇ ਹੋਏ ਨੇ। ਤਾਜਪੁਰ ਰੋਡ ਤੇ ਪਹਿਲੇ ਵੀ ਅਸੀਂ ਖਬਰ ਚਲਾਈ ਸੀ ਡੈਰੀ ਏ ਬਲੋਕ ਦੀ, ਜਿੱਥੇ ਮਾਈਨਿੰਗ ਹੋ ਰਹੀ ਸੀਗੀ। ਮਾਈਨਿੰਗ ਜਦੋਂ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮਾਈਨਿੰਗ ਬੰਦ ਕਰ ਦਿੱਤੀ ਸੀਗੀ। ਲੇਕਿਨ ਅੱਜ ਨੂੰ ਰਾਤ ਦੇ ਹਨੇਰੇ ਦੇ ਵਿੱਚ ਜੇਸੀਬੀ ਲੱਗੀ ਹੋਈ ਹੈ। ਆਖਿਰ ਕਿਉਂ ਲੱਗੀ ਜੇਸੀਬੀ? ਇੱਕ ਵੱਡਾ ਸਵਾਲ ਹੈ। ਇਹ ਰੇਤਾ ਜਿਹੜਾ ਕੱਢਿਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਕਿੰਨੇ ਟਿੱਲੇ ਜਿਹੜੇ ਰੇਤੇ ਦੇ ਬਣ ਚੁੱਕੇ ਹੋਏ ਨੇ, ਕਿੰਨਾ ਕੁ ਟਿੱਲੇ ਜਿਹੜੇ ਰੇਤੇ ਦੇ ਅਤੇ ਬਣ ਚੁੱਕੇ ਹੋਏ ਨੇ। ਖੱਡਾ ਕੀਤਾ ਹੋਊਗਾ, ਬੇਸ਼ੱਕ ਪ੍ਰੋਜੈਕਟ ਹੋਊਗਾ ਕੋਈ, ਲੇਕਿਨ ਇੰਨੀ ਕੁ ਰੇਤ ਮਿੱਟੀ ਜਿਹੜੀ ਕੱਢੀ, ਰੇਤਾ ਜਿਹੜਾ ਕੱਢਿਆ ਜਾ ਰਿਹਾ, ਆਖਿਰ ਜਾਊਗਾ ਕਿੱਥੇ? ਆਖਿਰ ਕਿਸ ਨੇ ਪਰਮਿਸ਼ਨ ਦਿੱਤੀ ਹੈ? ਇਹ ਜੇਸੀਬੀ ਜਿਹੜੀ ਚੱਲ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪੋਪਲੇ ਨਹੀਂ ਕਿਹਾ ਜਾ ਸਕਦਾ ਕਿ ਇੰਨੇ ਵੱਡੇ ਵੱਡੇ ਬਕਟ ਭਰ ਕੇ ਰੇਤਾ ਜਿਹੜਾ ਸਾਈਡ ਤੇ ਸੱਟਿਆ ਜਾ ਰਿਹਾ, ਇੰਨੇ ਵੱਡੇ ਟਿੱਲੇ ਬਣਾਏ ਜਾ ਰਹੇ ਨੇ, ਸਾਰਾ ਰਸਤਾ ਜਿਹੜਾ ਪੱਧਰ ਕੀਤਾ ਜਾ ਰਿਹਾ ਕਿ ਆਖਿਰ ਇਹ ਟਿੱਪਰ ਭਰੇ ਜਾਣਗੇ। ਆਖਿਰ ਕੀ ਪ੍ਰੋਜੈਕਟ ਕੀ ਹੈ? ਪੇਡਾ ਦਾ ਪ੍ਰੋਜੈਕਟ ਦੱਸਿਆ ਜਾ ਰਿਹਾ ਵਾ। ਇਹ ਉਹ ਤਸਵੀਰਾਂ ਨੇ ਕਿ ਗੱਲਬਾਤ ਵੀ ਕਰਾਂਗੇ ਇਸ ਡਰਾਈਵਰ ਦੇ ਨਾਲ ਵੀ। ਆਖਿਰ ਸਮਾਂ ਹੋਣ ਤੋਂ ਬਾਅਦ ਵੀ ਆਖਿਰ ਕਿਸ ਨੇ ਇਹ ਪਰਮਿਸ਼ਨ ਦਿੱਤੀ ਹੈ ਤੁਹਾਨੂੰ ਕਿ ਇਹ ਰੇਤਾ ਜਿਹੜਾ ਕੱਢ ਸਕੋ? ਮਾਈਨਿੰਗ ਅਫਸਰਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ, ਲੇਕਿਨ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ। ਇਹ ਉਹ ਤਸਵੀਰ ਹੈ ਜਿੱਥੇ ਰਾਤ ਦਾ ਸਮਾਂ 7 ਵਜੇ, ਹਨੇਰਾ ਪੂਰਾ ਵਾ ਤੇ ਮਸ਼ੀਨ ਆਪਣਾ ਬਖੂਬੀ ਕੰਮ ਕਰ ਰਹੀ ਹੈ। ਅਗਰ ਸਰਕਾਰੀ ਪ੍ਰੋਜੈਕਟ ਹੋਊਗਾ ਤਾਂ ਦਿਨ ਦੀ ਰੋਸ਼ਨੀ ਦੇ ਵਿੱਚ ਕੀਤਾ ਜਾ ਸਕਦਾ ਵੈ, ਲੇਕਿਨ ਰਾਤ ਦੇ ਹਨੇਰੇ ਦੇ ਵਿੱਚ ਆ ਵੱਡੇ ਵੱਡੇ ਖੱਡ ਕਰਕੇ ਰੇਤੇ ਕੱਢੇ ਜਾ ਰਹੇ ਨੇ। ਲੇਕਿਨ तमाम ਲੋਕ ਵੀ ਇੱਥੇ ਮੌਜੂਦ ਆ। ਵੀਰ ਵੀ ਸਾਡੇ ਨਾਲ ਮੌਜੂਦ ਆ। ਵੀਰ, ਪਹਿਲੇ ਵੀ ਇਹ ਖੱਡਾਂ ਚੱਲਦੀਆਂ ਸੀਗੀਆਂ, ਪਹਿਲੇ ਵੀ ਇੱਥੇ ਕੰਮ ਹੁੰਦਾ ਸੀ, ਡੈਰੀ ਵਾਲੇ ਤੁਸੀਂ ਸਾਰੇ ਇਕੱਠੇ ਹੋਏ ਸੀਗੇ, ਬੰਦ ਕਰਾਇਆ ਸੀਗਾ, ਲੇਕਿਨ ਅੱਜ ਨੂੰ ਦੁਬਾਰਾ ਫੇਰਾ ਕੰਮ। ਭਾਜੀ ਉਹ ਕਹਿੰਦੇ ਅਸੀਂ ਠੇਕੇਦਾਰ ਨੇ, ਅਸੀਂ ਕੰਮ ਕਰਨਾ ਜੀ, ਇਹ ਸਾਨੂੰ ਕੋਈ ਨਹੀਂ ਰੋਕ ਸਕਦਾ। ਅਗਲਾ ਇੱਥੇ ਕਹਿ ਕੇ ਗਿਆ ਭਾਜੀ। ਤੁਹਾਨੂੰ ਕਹਿ ਕੇ ਗਿਆ? ਹਾਂਜੀ ਹਾਂਜੀ ਭਾਜੀ, ਦੁਪਹਿਰੇ ਕਹਿ ਕੇ ਗਿਆ ਸੀ। ਨਹੀਂ, ਕੰਮ ਕਰਨਾ ਬੇਸ਼ੱਕ ਕੰਮ ਕਰੋ, ਲੇਕਿਨ ਰਾਤ ਦੇ ਹਨੇਰੇ ਵਿੱਚ ਕਹਿੰਦਾ ਸਾਡਾ ਇੱਦਾਂ ਹੀ ਕੰਮ ਚੱਲਣਾ, ਅਸੀਂ ਰੇਤਾ ਇੱਦਾਂ ਹੀ ਲੈ ਕੇ ਜਾਂਦਾ ਰਹਿਣਾ, ਸਾਨੂੰ ਕੋਈ ਨਹੀਂ ਰੋਕ ਸਕਦਾ, ਅਸੀਂ ਇੱਦਾਂ ਹੀ ਕਰਨਾ ਕੰਮ, ਅਸੀਂ ਇੱਦਾਂ ਹੀ ਕਰਦੇ ਰਹਿਣਾ। ਮੈਂ ਸਾਫ਼ ਧਮਕੀ? ਸਾਫ਼ ਜੀ ਸਾਫ਼, ਬਿਲਕੁਲ ਸਾਫ਼ ਕਹਿ ਕੇ ਗਿਆ ਜੀ। ਹਾਂ ਹਾਂਜੀ ਬਿਲਕੁਲ ਇੱਦਾਂ ਹੀ ਕਹਿ ਗਿਆ, ਕਹਿੰਦਾ ਰੇਤਾ ਇੱਦਾਂ ਹੀ ਚੱਲ ਰਿਹਾ, ਇੱਦਾਂ ਹੀ ਚੱਲ ਰਿਹਾ। ਭਾਜੀ ਮੈਨੂੰ ਇਹ ਦੱਸੋ, ਕੋਈ ਗਊ ਇੱਥੇ ਡਿੱਗ ਗਈ ਤੇ ਉਹ ਨਿਕਲ ਜੂਗੀ ਇੱਦਾਂ ਬਾਹਰ? ਕੋਈ ਗਊ ਇੱਥੇ ਡਿੱਗ ਗਈ ਖੱਡੇ 'ਚ, ਕੋਈ ਗਊ ਨੂੰ ਕੌਣ ਕੱਢੂਗਾ ਭਾਜੀ ਬਾਹਰ? ਬਿਲਕੁਲ 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 ਸਹੀ ਗੱਲ ਹੈ। ਅਗਰ ਕੋਈ ਖੱਡ ਦੇ ਵਿੱਚ ਗਊ ਡਿੱਗ ਜਾਂਦੀ ਆ। ਖੁਰਾਨਾ ਜੀ, ਤੁਹਾਡੇ ਨਾਲ ਇੱਕ ਗੱਲ ਕਰ ਲਾਂ। ਬੇਸ਼ੱਕ ਇਹ ਰਾਤ ਦੇ ਹਨੇਰੇ 'ਚ ਸਰਕਾਰੀ ਕੰਮ ਕਿਉਂ ਹੋ ਰਹੇ ਨੇ? ਇਹ ਜਿਹੜੇ ਚੋਰੀ ਦਾ ਕੰਮ ਰਾਤ ਨੂੰ ਹੀ ਹੁੰਦੇ ਨੇ। ਚੋਰੀ ਹੋ ਰਹੀ ਹੈ, ਇਹ ਕੋਈ ਲੱਗ ਰਿਹਾ ਜੋ ਹਾਲਾਤ ਦੇਖਣ 'ਚ ਤਾਂ ਚੋਰੀ ਦੇ ਕੰਮ ਨੇ। ਇਹ ਸਰਕਾਰ ਦਾ ਕੰਮ ਤਾਂ ਲੱਗ ਹੀ ਨਹੀਂ ਰਿਹਾ। ਇਹ ਸਰਕਾਰ ਦਾ ਕੰਮ ਹੁੰਦਾ ਤੇ ਇੱਥੇ ਸਿਸਟਮ ਲੱਗਿਆ ਹੁੰਦਾ ਰੋਕਣ ਲਈ, ਕੋਈ ਵਿੱਚ ਜਾਵੇ ਨਾ। ਗਾਵਾਂ ਖੁੱਲੀਆਂ ਘੁੰਮਦੀਆਂ ਨੇ, ਸਾਹਮਣੇ ਗੇਟ ਖੁੱਲੇ ਹੋਏ ਨੇ, ਖੱਡੇ ਸਾਹਮਣੇ ਵੱਜੇ ਹੋਏ ਨੇ, ਬੰਦਾ ਵੀ ਜਾ ਕੇ ਗਿਰ ਸਕਦਾ, ਗਾਵਾਂ ਵੀ ਗਿਰ ਸਕਦੀਆਂ ਨੇ।
ਔਰ ਡੈਰੀ ਕੰਪਲੈਕਸ ਦੇ ਵਿੱਚ ਕਿਹੜਾ ਕੰਮ ਹੈ ਜਿਹੜਾ ਇਸ ਟਾਈਮ ਕਰਨਾ, ਇਹ ਤਾਂ ਇੰਪਰੂਵਮੈਂਟ ਦਾ ਏਰੀਆ ਵਾ। ਇਹ ਪੇਡਾ ਦਾ ਪ੍ਰੋਜੈਕਟ ਹੈ। ਪੇਡਾ ਦਾ ਪ੍ਰੋਜੈਕਟ ਆ, ਪਰ ਪ੍ਰੋਜੈਕਟ ਰਾਤ ਨੂੰ ਕੱਲਾ ਇੱਕ ਬੰਦਾ ਚਲਾ ਰਿਹਾ, ਕੱਲੀ ਇੱਕ ਮਸ਼ੀਨ ਲੱਗੀ ਹੈ, ਇੱਕ ਬੰਦਾ ਲੱਗਿਆ ਹੋਇਆ ਬਿਲਕੁਲ। ਤੇ ਰੇਤਾ ਕੱਢੀ ਜਾ ਰਹੀ, ਹੋਰ ਤਾਂ ਕੁਝ ਹੋ ਹੀ ਨਹੀਂ ਰਿਹਾ ਮੈਨੂੰ ਆਓ ਲੱਗ ਰਿਹਾ। ਚਲਦੇ ਹਾਂ, ਉਧਰ ਹੀ ਚਲਦੇ ਹਾਂ, ਜੀਸੀਬੀ ਵਾਲੇ ਕੋਲ ਹੀ ਚਲਦੇ ਹਾਂ, ਪੁੱਛਦੇ ਹਾਂ ਉਹਦੇ ਕੋਲ ਆਖਿਰ ਤੁਹਾਡੇ ਮਾਲਕ ਕੌਣ ਨੇ, ਕਿੱਥੇ ਦੇ ਹੋ ਤੁਸੀਂ, ਤੇ ਜੀਸੀਬੀ ਲਗਾਈ ਗਈ ਹੋਈ ਹੈ, ਕਿਉਂ ਲਗਾਈ ਗਈ ਹੈ। ਮੈਂ ਕਹੂੰਗਾ ਆ ਜਾਓਗੇ ਬਾਈ ਜੀ। ਲੇਕਿਨ ਇਹ ਤੁਹਾਨੂੰ ਇੱਕ ਵੱਡੀ ਸਾਰੀ ਖੱਡ ਜਿਹੜੀ ਦਿਖਾਈ ਜਾ ਰਹੀ ਹੈ ਜਿੱਥੋਂ ਰੇਤਾ ਕੱਢਿਆ ਜਾ ਰਿਹਾ ਹੈ। ਹਲਕਾ ਪੂਰਬੀ ਪੈਂਦਾ ਵਾ, ਦਲਜੀਤ ਸਿੰਘ ਗਰੇਵਾਲ ਐਮਐਲਏ ਨੇ ਇੱਥੇ ਦੇ। ਲੇਕਿਨ ਅਸੀਂ ਮਾਈਨਿੰਗ ਅਫਸਰਾਂ ਨਾਲ ਵੀ ਗੱਲਬਾਤ ਕਰਾਂਗੇ। ਅਗਰ ਕੰਮ ਰੋਕ ਦਿੱਤਾ ਗਿਆ ਸੀਗਾ ਦੁਬਾਰਾ, ਫਿਰ ਇਹ ਕੰਮ ਨੂੰ ਕਿਸ ਨੇ ਪਰਮਿਸ਼ਨ ਦਿੱਤੀ ਹੈ ਕਿ ਕੰਮ ਦੁਬਾਰਾ ਹੋਣ ਲੱਗ ਗਿਆ। ਪਹਿਲੇ ਲੁਧਿਆਣਾ ਲਾਈਵ ਨੇ ਪ੍ਰਮੁਖਤਾ ਨਾਲ ਖਬਰ ਵੀ ਦਿਖਾਈ ਸੀਗੀ। ਬਾਈ ਜੀ, ਇਹ ਬਾਈ ਜੀ ਕਿਹੜੀ ਕੰਪਨੀ ਦਾ ਕੰਮ ਹੋ ਰਿਹਾ, ਨੀਚੇ ਆਉਂਗੇ ਇੱਕ ਮਿੰਟ, ਆ ਜਾਓ। अपना गुड नेम की है? राजेंद्र ठाकुर। ठाकुर साहब किस दा काम है, किस अंडर आ रहे हो? खिलारी इंफ्रास्ट्रक्चर प्राइवेट लिमिटेड। खिलारी। रात ਨੂੰ ਸਮਾਂ 7 ਵਜੇ ਹੋ ਗਿਆ, ਸਰਕਾਰੀ ਕੰਮ ਹੈ? सरकारी काम है। ਸਰਕਾਰੀ ਕੰਮ ਦਾ ਸਮਾਂ ਕਿੰਨਾ ਹੁੰਦਾ? वो तो पता नहीं, हमारा सुपरवाइजर है कौन है? वो क्यों है, ये क्या बोलते हैं, नंबर दो। इरफान। नंबर दो। 63 63 77 77 87 सॉरी 87 87 22 22 85 85। क्या नाम है? इरफान। इरफान। इरफान जी गल कर रहे हो? हेलो। इरफान जी गल कर रहे हो? हाँ विशाल कपूर गल कर रहे हैं, पत्रकार लुधियाना लाइव तो। बोलिए। ਸਰ ਆ ਜਿਹੜੀ ਤਾਜਪੁਰ ਰੋਡ ਦੇ ਉੱਤੇ ਡੈਰੀ ਏ ਜ਼ੋਨ ਕੰਪਲੈਕਸ ਦੇ ਵਿੱਚ ਜੋ ਇੱਕ ਜੀਸੀਬੀ ਲੱਗੀ ਜੋ ਰੇਤਾ ਕੱਢ ਰਹੀ ਹੈ, ਮਾਮਲਾ ਕੀ ਸੀਗਾ ਸਰ? ਕਿੰਨੇ ਵਜੇ ਟਾਈਮਿੰਗ ਹੈ, ਅਪਰੂਵਲ ਕਿੰਨੇ ਵਜੇ ਤੱਕ ਮਿਲੀ हुई है? सर मैं आप हो कहाँ? मैं वहीं पे मौके पे हूँ सर। सर आप हमारा ब्लॉक बी है, वहाँ पे काम चल रहा है, आप में आ जाओ, मेरे को जो गवर्नमेंट की तरफ से जो कागज मिला वो मैं आपको दिखा देता हूँ। ओके, और ये बता दीजिए ये रेता जाता कहाँ पे सर? रेता नहीं जा रहा, रेता कहीं नहीं जाता, यही है सर। जो टीले लगाए जाएंगे, पहले जो हमने खबर लगाई थी उस समय यहाँ से टिप्पर भरने की वीडियो हमने साथ लगाई थी, वो टिप्पर अच्छा। उस समय माइनिंग की आपकी कंप्लेंट हुई थी, उस समय बंद हो हाँ। गया। लेकिन अभी ये जो रेता जो पड़ा है ये कहाँ पे, यहीं पे रहेगा? सर मेरे पास जो अप्रूवल जो कागज है वो जी। जो है ना, जी वो मेरे पास है, आप आ जाओ, आपकी पंजाबी भाषा में भी है, आ जाओ। नहीं, मैं आ रहा हूँ। बी ब्लॉक कहाँ पड़ता है? ये इनको ले आओ ना, मेरे ऑपरेटर को साथ में ले आओ। चलो ऑपरेटर को साथ में लेके आ रहा हूँ, आपको आपके पास ही आ रहा हूँ सर। आ जाओ आ जाओ। ठीक सर। लेकिन कितने करके बी ब्लॉक कितने पे अंदर? यहाँ से जाना पड़ेगा, ये जो टावर दिख रहे हैं ना, हाँ जी, हाँ जी। यहाँ से सीधे जाना पड़ेगा अंदर। साथ में ही है। तो आप ये सुपरवाइजर हैं आपके, सुपरवाइजर है, साइड पर। ये शेड में रहते हैं। लेकिन ਤੁਹਾਨੂੰ ਆ ਦੱਸ ਦਈਏ ਕਿ ਸਮਾਂ ਹੈ, ਉਸ ਕੰਡੀਸ਼ਨ ਵੀ ਤੁਹਾਨੂੰ ਦਿਖਾਵਾਂਗੇ, ਉਹ ਚੀਜ਼ ਵੀ ਤੁਹਾਨੂੰ ਪੜਾਵਾਂਗੇ ਜਿਸ ਚੀਜ਼ ਦੇ ਉੱਤੇ ਸਮਾਂ ਲਿਖਿਆ ਗਿਆ ਹੋਏਗਾ। ਲੇਕਿਨ ਕਿੰਨੇ ਤੋਂ ਕਿੰਨੇ ਵਜੇ ਤੱਕ ਦਾ ਸਮਾਂ ਹੈ। ਲੇਕਿਨ ਇਹ ਤਸਵੀਰਾਂ ਨੇ ਕਿਤੇ ਨਾ ਕਿਤੇ ਮਾਈਨਿੰਗ ਜਿਹੜੀ ਹੈ ਪਹਿਲੇ ਹੁੰਦੀ ਸੀਗੀ, ਲੇਕਿਨ ਹੁਣ ਜਿਹੜੀ ਹੈ ਮਾਈਨਿੰਗ ਕਹਿ ਰਹੇ ਨੇ ਕਿ ਨਹੀਂ ਹੋ ਰਹੀ ਹੈ। ਲੇਕਿਨ ਅਸੀਂ ਡਾਕੂਮੈਂਟ ਵੀ ਚੈੱਕ ਕਰਾਂਗੇ ਉਹਨਾਂ ਦੇ ਕਿ ਡਾਕੂਮੈਂਟ ਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ, ਕੀ ਕੰਡੀਸ਼ਨ ਹੈਗੀ ਆ, ਉਹ ਵੀ ਦੇਖਾਂਗੇ। ਲੇਕਿਨ ਪਹਿਲੇ ਡੈਰੀ ਵਾਲਿਆਂ ਨੇ ਦੱਸਿਆ ਸੀਗਾ, ਕੰਪਲੇਂਟ ਕੀਤੀ ਸੀਗੀ, ਉਸ ਤੋਂ ਬਾਅਦ ਫਿਰ ਸਾਨੂੰ ਇੱਕ ਫੋਨ ਆਂਦਾ ਕਿ ਇੱਥੇ ਦੁਬਾਰਾ ਜਿਹੜੇ ਕੰਮ ਹੋ ਰਹੇ ਨੇ। ਦਲਜੀਤ ਸਿੰਘ ਗਰੇਵਾਲ ਭੋਲਾ ਜੋ ਐਮਐਲਏ ਨੇ। ਹੈਲੋ, ਤੁਸੀਂ ਉੱਥੇ ਹੋ? ਮੈਂ ਸਰ ਮੌਕੇ ਤੇ ਐਮਐਲਏ ਸਾਹਿਬ। ਉੱਥੇ ਮੁੰਡਾ ਚੰਨੀ ਆਇਆ ਆਪਣਾ ਉੱਥੇ ਹੀ। ਸਰ ਇੱਥੇ ਮੌਕੇ ਤੇ ਤੁਹਾਡਾ ਕੋਈ ਮੇਰੇ ਖਿਆਲ ਨਾਲ ਬੰਦਾ ਪਹੁੰਚਿਆ ਨਹੀਂਗਾ ਇੱਥੇ। ਉੱਥੇ ਦੇਖੋ ਮੁੰਡਾ ਚੰਨੀ ਆ, ਤੁਸੀਂ ਉਹ ਗੋਬਰ ਗੈਸ ਪਲਾਂਟ ਦੀ ਗੱਲ ਕਰ ਰਹੇ ਹੋ ਨਾ? ਗੋਬਰ ਗੈਸ ਪਲਾਂਟ ਨਹੀਂ, ਏ ਜ਼ੋਨ ਦੇ ਇਹ ਪੈਂਦਾ ਤੁਹਾਡਾ ਮੇਰੇ ਖਿਆਲ ਨਾਲ ਡਾਈਂਗ ਸੌਰੀ ਇਹ ਏਰੀਆ ਪੈ ਜਾਂਦਾ ਡੈਰੀ ਕੰਪਲੈਕਸ ਏ ਬਲੋਕ। ਡੈਰੀ ਜਿੱਥੇ ਆ ਝੱਲਿਆਂ ਦੀ ਡੈਰੀ ਉਹਦੇ ਸਾਹਮਣੇ ਜਿਹੜਾ ਗੋਬਰ ਗੈਸ ਪਲਾਂਟ ਆਪਣਾ ਲਿਆ ਉਹਦੀ ਗੱਲ ਕਰ ਰਹੇ ਹੋ ਤੁਸੀਂ? ਗੰਗਾ ਡੈਰੀ ਦੇ ਸਾਹਮਣੇ ਸਰ, ਬੈਕ ਸਾਈਡ ਤੇ। ਚੰਨੀ ਗੰਗਾ ਡੈਰੀ ਦੇ ਸਾਹਮਣੇ ਆ ਕੋਈ? ਗੰਗਾ ਡੈਰੀ ਦੀ ਬੈਕ ਸਾਈਡ ਤੇ, ਗੰਗਾ ਡੈਰੀ ਦੀ ਬੈਕ ਸਾਈਡ ਦਿਆਲ ਪਬਲਿਕ ਸਕੂਲ ਦੀ ਨਾਲ ਦੀ ਗਲੀ 'ਚ ਹੈ। ਮੈਂ ਤੁਹਾਡਾ ਨੰਬਰ ਦਿੰਦਾ, ਤੁਹਾਨੂੰ ਕਾਲ ਕਰਦਾ ਮੁੰਡਾ। ਠੀਕ ਹੈ ਸਰ। ਲੇਕਿਨ ਐਮਐਲਏ ਦੇ ਜੋ ਵਰਕਰ ਨੇ ਉਹ ਵੀ ਇੱਥੇ ਆ ਰਹੇ ਨੇ ਕਿ ਅਸੀਂ ਗੱਲਬਾਤ ਵੀ ਬੇਸ਼ੱਕ ਕਰਾਂਗੇ, ਲੇਕਿਨ ਇੱਥੇ ਮੌਕੇ ਦੇ ਵੀ ਚੱਲਦੇ ਆ, ਉਹਨਾਂ ਦੇ ਡਾਕੂਮੈਂਟ ਵੀ ਜ਼ਰੂਰ ਚੈੱਕ ਕਰਾਂਗੇ ਆਖਿਰ ਡਾਕੂਮੈਂਟ ਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ। ਲੇਕਿਨ ਅਗਰ ਇਹ ਇੱਕ ਨੰਬਰ ਦਾ ਕੰਮ ਕਰ ਰਹੇ ਸੀਗੇ ਤੇ ਰਾਤ ਨੂੰ ਜਿਹੜਾ ਸਰਕਾਰੀ ਕੰਮ ਕਿੱਥੋਂ ਹੁੰਦਾ? ਇੱਕ ਵੱਡਾ ਸਵਾਲ ਹੈ ਕਿ ਰਾਤ ਨੂੰ ਸਰਕਾਰੀ ਕੰਮ ਕਿਸ ਤਰ੍ਹਾਂ ਹੋ ਸਕਦਾ ਹੈ। ਡਾਕੂਮੈਂਟ ਵੀ ਚੈੱਕ ਕੀਤੇ ਜਾਣਗੇ ਤੇ ਉਹਨਾਂ ਕੋਲ ਜਾਇਆ ਵੀ ਜਾਊਗਾ ਤੇ ਉਹਨਾਂ ਕੋਲ ਪੁੱਛਿਆ ਵੀ ਜਾਊਗਾ।
ਕਿਹਾ ਜਾ ਰਿਹਾ ਕਿ ਸਾਡੇ ਕੋਲ ਡਾਕੂਮੈਂਟ ਹੈਗੇ ਨੇ, ਡਾਕੂਮੈਂਟ ਆ ਕੇ ਚੈੱਕ ਕਰ ਲਓ, ਸਰਕਾਰੀ ਕੰਮ ਹੋ ਰਿਹਾ ਵਾ, ਲੇਕਿਨ ਜਦੋਂ ਪੁੱਛਿਆ ਜਾਂਦਾ ਸਮਾਂ ਕੀ ਹੈ, ਸਮਾਂ ਨਹੀਂ ਦੱਸਿਆ ਜਾਂਦਾ। ਦੇਖੋ ਕੋਈ ਵੀ ਸਰਕਾਰੀ ਪ੍ਰੋਜੈਕਟ ਲੱਗਦਾ ਨਾ, ਉੱਥੇ ਇੱਕ ਸਾਈਨ ਬੋਰਡ ਲੱਗਦਾ ਵਾ, ਇੰਟਰੋਡਿਊਸ ਕੀਤਾ ਜਾਂਦਾ ਹੈ ਕਿ ਇੱਥੇ ਇਹ ਪ੍ਰੋਜੈਕਟ ਚੱਲ ਰਿਹਾ ਵਾ, ਇਹਦਾ ਇਹ ਸਮੇਂ ਆ, ਉਹਦੇ ਤੇ ਇਹ ਜਈ ਹੈ, ਡੀਓ ਐਕਸ਼ਨ ਸਾਰੇ ਦੇ ਨਾਮ ਲਿਖੇ ਹੁੰਦੇ ਆ, ਠੇਕੇਦਾਰ ਦਾ ਨੰਬਰ ਲਿਖਿਆ ਹੁੰਦਾ, ਉਹਨੂੰ ਹੀ ਸਰਕਾਰੀ ਪ੍ਰੋਜੈਕਟ ਕਿਹਾ ਜਾਂਦਾ। ਸਰਕਾਰੀ ਪ੍ਰੋਜੈਕਟ ਇਹਨੂੰ ਨਹੀਂ ਕਿਹਾ ਜਾਂਦਾ ਕਿ ਇੱਕ ਮਸ਼ੀਨ ਲੱਗ ਗਈ ਤੇ ਉਹ ਸਰਕਾਰੀ ਪ੍ਰੋਜੈਕਟ ਚੱਲ ਪਿਆ। ਸਰਕਾਰ ਦੀਆਂ ਨਿਯਮ ਨੇ, ਕੋਰਟ ਦੇ ਨਿਯਮ ਨੇ ਕਿ ਕੋਈ ਵੀ ਸਰਕਾਰੀ ਪ੍ਰੋਜੈਕਟ ਚਲਾਉਣਾ ਹੈ ਉੱਥੇ ਤੁਹਾਨੂੰ ਇੱਕ ਪਾਰਦਰਸ਼ੀ ਲਿਖਣਾ ਪੈਂਦਾ ਹੈ ਕਿ ਇੱਥੇ ਆਹ ਚੀਜ਼ ਬਣਨ ਜਾ ਰਹੀ ਹੈ ਸਰਕਾਰ ਦੁਆਰਾ, ਆਹ ਅਫਸਰ ਇਹਨੂੰ ਦੇਖ ਰਹੇ ਨੇ ਤੇ ਆਹ ਠੇਕੇਦਾਰ ਇਹਦੇ ਤੇ ਕੰਮ ਕਰ ਰਿਹਾ। ਲੇਕਿਨ ਕੋਈ ਬੋਰਡ ਨਹੀਂ, ਬੋਰਡ ਤਾਂ ਲੱਗਿਆ ਹੋਣਾ ਪਰ ਨਹੀਂ, ਇਹ ਬੋਰਡ ਜੇਬਾਂ 'ਚ ਲੱਗਦੇ ਜਾਂ ਢਿੱਡ ਦੇ ਅੰਦਰ ਲੱਗਦੇ, ਉਹ ਬੋਰਡ ਲੱਗੇ ਹੋਣੇ ਇੱਥੇ, ਪਰ ਉਹ ਬੋਰਡ ਨਹੀਂ ਲੱਗਿਆ ਜਿਹੜਾ ਇੱਥੇ ਲੱਗਣਾ ਚਾਹੀਦਾ। ਲੋਕਾਂ ਨੂੰ ਦੇਖੇ ਅਗਰ ਪਹਿਲੇ ਅਸੀਂ ਖਬਰ ਲਗਾਈ ਸੀਗੀ, ਅਗਰ ਮਾਈਨਿੰਗ ਐਕਟ ਮਾਈਨਿੰਗ ਇੰਸਪੈਕਟਰਾਂ ਨੇ ਪਹਿਲੇ ਕਾਰਵਾਈ ਕਰ ਦਿੱਤੀ ਸੀਗੀ, ਲੇਕਿਨ ਹੁਣ ਦੁਬਾਰਾ ਫਿਰ ਹੋਣ ਲੱਗ ਗਿਆ ਤੇ ਆ ਕੇ ਕਾਲਾਬਾਜ਼ਾਰੀ ਕਿਤੇ ਨਾ ਕਿਤੇ ਤਾਂ ਹੋ ਰਹੀ ਹੋਊਗੀ। ਇਹ ਤਾਂ ਸਾਰਿਆਂ ਨੂੰ ਦਿਖ ਰਹੀ ਹੈ, ਸਰੇਆਮ ਹੋ ਰਹੀ ਹੈ ਜੀ। ਸਮਾਂ ਉਦਾਂ ਦਾ ਨਾ, ਜੇ ਕਰਨਾ ਕੰਮ ਆ ਕੇ ਜੀ ਕੰਮ ਦਿਨੇ ਚੱਲਦੇ ਆ ਕੰਮ, ਬੋਰਡ ਲੱਗਿਆ ਹੋਵੇ, ਕੋਈ ਅਫਸਰ ਖੜਾ ਹੋਵੇ, ਕੋਈ ਕੱਲਾ ਮਸ਼ੀਨ ਨਾਲ ਲੱਗਿਆ ਹੋਇਆ, ਜਿਆਦਾ ਕੋਈ ਜੇਈ ਕੋਈ ਆ ਕੇ ਕੋਲੇ ਖੜੇ ਤਾਂ ਸੀ ਆ ਕੇ ਕੋਈ ਅਫਸਰ, ਬਿਲਕੁਲ ਠੇਕੇਦਾਰ ਆ ਕੇ ਬੈਠੇ ਕੁਰਸੀ ਲਾ ਕੇ ਬਹਿ ਜਾਵੇ, ਚਲੋ ਆ ਕੇ ਇੱਥੇ ਗੱਡੀ 'ਚ ਬਹਿ ਜਾਵੇ, ਆ ਕੇ ਜਵਾਬ ਤਾਂ ਦੇਵੇ, ਤਾਂ ਸਰੇਆਮ ਹੀ ਦਿਖ ਰਿਹਾ ਵੀ ਜਿਹੜਾ ਜੋ ਵੀ ਹੋ ਰਿਹਾ ਗਲਤ ਹੋ ਰਿਹਾ। ਰਾਤ ਦੇ ਹਨੇਰੇ 'ਚ ਲਾਈਟਾਂ ਰਾਤ ਨੂੰ ਕੋਈ ਗਾਂ ਡੇਗੀ, ਜੇ ਗਾਂ ਡਿੱਗੀ ਤਾਂ ਕੌਣ ਜ਼ਿੰਮੇਵਾਰ ਹੈ ਜੀ? ਗਾਵਾਂ ਤੇ ਕਿੰਨੀਆਂ ਘੁੰਮਦੀਆਂ ਨੇ ਗਾਵਾਂ, ਉਹ ਖੱਡੇ 'ਚੋਂ ਗਾਂ ਨਿਕਲ ਨਹੀਂ ਸਕਦੀ, ਜਿੱਡਾ ਬੜਾ ਖੱਡਾ ਗਾ, ਸਾਰੇ ਖੱਡੇ ਖੁੱਲੇ ਪਏ ਹੈਗੇ। ਕਹਿੰਦੇ ਡਾਕੂਮੈਂਟ ਚੈੱਕ ਕਰੇ ਤਾਂ ਸਾਡੇ ਕੋਲ ਆਜੋ, ਆਪ ਨਹੀਂ ਆ ਪਾਏ। ਇੱਥੇ ਬੋਰਡ ਲਾ ਸਕਦੇ ਹੋ, ਚੈੱਕ ਕਰਨ ਦੀ ਲੋੜ ਹੀ ਨਹੀਂ ਪੈਂਦੀ। ਸਰਕਾਰ ਦੇਖੋ ਹਾਈ ਕੋਰਟ ਦੀ ਬੜੀ ਵੱਡੀ ਸਾਫ਼ ਲਫ਼ਜ਼ਾਂ 'ਚ ਸੂਚਨਾ ਪ੍ਰਸਾਰਣ ਹੁੰਦਾ, ਉਹਦੇ 'ਚ ਲਿਖਿਆ ਜਾਂਦਾ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਤੁਸੀਂ ਇੱਕ 10 ਫੁੱਟ ਦੀ ਨਾਲੀ ਵੀ ਸਰਕਾਰ ਨੇ ਬਣਾਣੀ ਨਾ, ਤੇ ਸੂਚਨਾ ਦਾ ਇੱਕ ਬਿਲਕੁਲ ਬੋਰਡ ਲੱਗਣਾ ਹੁੰਦਾ ਕਿ ਆਹ ਪ੍ਰੋਜੈਕਟ ਚੱਲ ਰਿਹਾ ਹੈ, ਇਹ ਲੋਕ ਕਰਵਾ ਰਹੇ ਆ, ਸਰਕਾਰ ਦਾ ਨੁਮਾਇੰਦਾ ਕਰ ਰਿਹਾ, ਪ੍ਰਾਈਵੇਟ ਕਰ ਰਿਹਾ, ਉਹ ਹੈ ਨਹੀਂ ਕੁਝ ਵੀ ਇੱਥੇ, ਔਰ ਸਾਰਾ ਕੁਝ ਖੁੱਲਿਆ ਪਿਆ ਇੱਥੇ। ਦੇਖੋ ਐਨ ਗਾਵਾਂ ਘੁੰਮ ਰਹੀਆਂ ਨੇ, ਲੇਕਿਨ ਇਹ ਬਖੂਬੀ ਇੱਕ ਸੋਹਣਾ ਕੰਮ ਵੀ ਕਰਦੇ ਨੇ, ਜਦੋਂ ਕੋਈ ਪੱਤਰਕਾਰ ਜਾਂਦਾ ਉਹਦੀ ਫੋਟੋ ਵੀ ਕਲਿੱਕ ਕਰਦੇ ਨੇ। ਚਲੋ ਦੇਖੋ ਇਹ ਪਤਾ ਕੀ ਆ, ਜਦੋਂ ਇਹ ਡਰਾਣਾ ਵੀ ਹੁੰਦਾ ਨਾ, ਤੁਸੀਂ ਕਈ ਦੇਖਿਆ ਗੈਂਗਸਟਰਵਾਦ ਹੋ ਗਿਆ ਜਾਂ ਬਦਮਾਸ਼ ਹੋ ਗਏ ਜਾਂ ਕੁਝ, ਉਹ ਡਰਾਉਂਦੇ ਵੀ ਹੁੰਦੇ ਆ ਪਰ ਡਰਦੇ ਵੀ। ਫੋਟੋ ਖਿੱਚੀ ਸੀ, ਸੋਹਣੀ ਆਈ ਸੀਗੀ। नहीं सर भेजा नहीं सर को, जैसे सर को दिखाना है, जैसे आए थे उधर। हाँ हम आप खुद चल रहे हैं, दिखाओ फोन दिखाओ। नहीं वही खींच लें कि वहाँ आए थे दिखाने नहीं फोटो तो ਅਸੀਂ ਮੌਕੇ ਤੇ ਖੜੇ ਹਾਂ ਜੀ ਤੁਹਾਡੇ। हाँ तो वहाँ लिया हूँ सर। खोलो सर को बताना पड़ता है ना। ਇਹ ਤੁਹਾਨੂੰ ਤਸਵੀਰ ਇਸ ਕਰਕੇ ਦਿਖਾ ਰਿਹਾ ਤੁਹਾਨੂੰ ਮੈਂ ਕਿ ਇਹ ਦਿਖਾਣਗੇ ਕਿ ਆ ਪੱਤਰਕਾਰ ਆਏ ਹੋਏ ਨੇ। ਆਹ ਦੇਖ ਸਕਦੇ ਹੋ ਕਿ ਪੱਤਰਕਾਰ ਇੱਥੇ ਮੌਕੇ ਤੇ ਪਹੁੰਚੇ ਨੇ। ਅਗਰ ਇਹਨਾਂ ਨੂੰ ਦਿਖਾਉਣ ਦੀ ਕੀ ਜ਼ਰੂਰਤ ਪੈ ਗਈ ਕਿ ਇਹਨਾਂ ਨੇ ਕੋਈ ਵਾਰਦਾਤ ਕਰਾਣੀ ਸਾਡੇ ਨਾਲ, ਕਿ ਇਹਨਾਂ ਨੇ ਕੋਈ ਅਸੀਂ ਗੇਮ ਖੇਡਣੀ ਸਾਡੇ ਨਾਲ, ਕਿ ਇਹ ਫੋਟੋਆਂ ਕਲਿੱਕ ਕੀਤੀਆਂ ਜਾ ਰਹੀਆਂ ਨੇ ਸਾਡੀਆਂ, ਇਹ ਮਾਈਨਿੰਗ ਵੀ ਹੋ ਰਹੀ ਹੈ ਤੇ ਫੋਟੋਆਂ ਵੀ ਕਲਿੱਕ ਕੀਤੀਆਂ ਜਾ ਰਹੀਆਂ ਸਾਡੀਆਂ। ਇਹ ਇਹਨਾਂ ਦਾ ਫੋਨ ਹੈ, ਤੁਹਾਨੂੰ ਦਿਖਾਇਆ ਜਾ ਰਿਹਾ ਕਿ ਇਹਨਾਂ ਦੇ ਫੋਨ ਦੇ ਉੱਤੇ ਹੀ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸਾਡੀ ਫੋਟੋ ਖਿੱਚੀ ਗਈ ਹੈ ਇਹਨਾਂ ਦੇ ਫੋਨ ਦੇ ਉੱਤੇ, ਬੇਸ਼ੱਕ ਫੋਟੋ ਖਿੱਚ ਲਿੱਤੀ ਗਈ ਹੋਈ ਆ। ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਚਾਹੀਦੀ, ਲਾਜ਼ਮੀ ਸੋਚਦੇ ਹਾਂ ਅਸੀਂ ਕਿ ਇਹ ਲੋਕਾਂ ਨੇ ਫੋਟੋ ਖਿੱਚੀ ਤੇ आखिर वजह की सीगी, ਅਸੀਂ ਉਹ ਵੀ ਪੁੱਛਦੇ ਹਾਂ। आखिर फोटो खींचने की क्या वजह क्या रह जाती है सर, ये मेरे को बता सकते हो? नहीं सर, हमको सर को दिखाना है कि उधर आए थे मीडिया वाले, बोल रहे थे कि इतना टाइम तक क्यों चला रहे हो, इसलिए तो हमने आपके सामने बात कर ली। हाँ सर बात कर लिए, और हम इसलिए सर पूछे वहाँ कि कोई आया था या झूठ बोल रहा है, इसलिए फ़ोटो मैंने खींचा सर। अच्छा इस करके फ़ोटो खींच ली? नहीं सर, इस करके फ़ोटो खींचते हो? कोई भी पत्रकार आता है फ़ोटो खींच लेते हो? नहीं सर, पहले बार मेरे पास आए तो पूछेंगे, इसके लिए मैं फ़ोटो लिखा था। ਪਹਿਲੀ ਵਾਰੀ ਅਸੀਂ ਆਏ ਆ, ਫੋਟੋ ਇਸ ਕਰਕੇ ਖਿੱਚ ਲਈ, ਫੋਟੋ ਇਸ ਕਰਕੇ ਖਿੱਚ ਲਿੱਤੀ ਕਿ ਅਸੀਂ ਕਿਤੇ ਨਾ ਕਿਤੇ ਇਹ ਸੋਚਦੇ ਹੋਣਗੇ ਕਿ ਕਿਹੜਾ ਪੱਤਰਕਾਰ ਆ ਗਿਆ, ਲੇਕਿਨ ਅਸੀਂ ਡਰਨ ਵਾਲੇ ਨਹੀਂ ਆ। ਅਸੀਂ ਸੱਚ ਦਿਖਾਵਾਂਗੇ ਕਿ ਆਖਿਰ ਕੀ ਕੰਮ ਹੋ ਰਿਹਾ ਵੈ। ਉਹ ਤਸਵੀਰ ਵੀ ਤੁਹਾਨੂੰ ਦਿਖਾਈ ਹੈ ਕੰਮ ਕੀ ਹੋ ਰਿਹਾ ਵੈ, ਇਸ ਕਰਕੇ ਦਿਖਾਈ ਹੈ ਪੂਰੀ ਤਸਵੀਰ ਕਿ ਫੋਟੋਆਂ ਕਲਿੱਕ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਅਗਰ ਅਸੀਂ ਗੱਡੀ ਲੈ ਕੇ ਜਾਈਏ ਜਾਂ ਕੁਝ ਲੈ ਕੇ ਜਾਈਏ ਤੇ ਇਹ ਪਿੱਛੋਂ ਨਾ ਪਿੱਛੋਂ ਫੇਂਟ ਮਾਰ ਸਕਣ, ਇਸ ਕਰਕੇ ਫੋਟੋਆਂ ਕਲਿੱਕ ਕੀਤੀਆਂ ਹੁੰਦੀਆਂ ਕਿ ਆਪਣੇ ਸਰਕੂਲੇਟ ਕਰਤੀਆਂ ਇਹਨਾਂ ਨੇ ਫੋਟੋਆਂ ਕਿ ਇਹ ਪੱਤਰਕਾਰ ਆਇਆ ਸੀਗਾ। ਬਾਈ ਜੀ ਮੈਂ ਕੋਲ ਖੜਾ, ਮੈਂ ਆਪਣੇ ਫੋਟੋ ਦਿਖਾਣੀ ਕਿ ਅਨੁਸਾਰ ਨੂੰ ਮੌਕੇ ਤੇ ਬੁਲਾ ਲਓ। नहीं सर, वो फ़ोन किए ना, आप बात किए ना। हाँ मौके ਤੇ ਬੁਲਾਓ। बुला रहा हूँ सर। ਬੁਲਾਓ, ਪਰ ਡਾਕੂਮੈਂਟ ਲੈ ਕੇ ਆਓ ਤੇ ਪਬਲਿਕ ਖੜੀ ਹੋਈ ਪੂਰੀ। ठीक है सर। ਕਿਸ ਤਰ੍ਹਾਂ ਵਿਵਹਾਰ ਹੈ ਜੀ ਇਹਨਾਂ ਦਾ? ਵਿਵਹਾਰ ਤਾਂ ਇਦਾਂ ਦਾ ਲੱਗ ਰਿਹਾ ਕਿ ਬੜਾ ਵੱਡਾ ਮਾਫੀਆ ਪਿੱਛੇ ਕੰਮ ਕਰ ਰਿਹਾ ਇਹਨਾਂ ਦੇ, ਕਿ ਤੁਹਾਡੀ ਫੋਟੋ ਕਰ ਰਹੇ ਆ। ਤੁਸੀਂ ਪ੍ਰਾਈਵੇਟ ਬੰਦਾ ਕਿਸੇ ਦੀ ਫੋਟੋ ਨਹੀਂ ਕਰ ਸਕਦਾ, ਬਿਲਕੁਲ, ਕਿਉਂਕਿ ਇਹ ਅਥਾਰਟੀ ਜਾਂ ਤਾਂ ਸਰਕਾਰੀ ਨੁਮਾਇੰਦਿਆਂ ਨੂੰ ਹੁੰਦੀ ਹੈ ਜਾਂ ਪ੍ਰੈਸ ਰਿਪੋਰਟਰਾਂ ਨੂੰ ਹੁੰਦੀ ਹੈ, ਕਿਉਂਕਿ ਉਹ ਇੱਕ ਚੈਨਲ ਦੇ ਨਾਲ ਜੁੜੇ ਹੁੰਦੇ ਆ ਜਾਂ ਸਰਕਾਰ ਦੇ ਇੱਕ ਸਿਸਟਮ ਬਣਿਆ ਹੁੰਦਾ, ਉਹਨੂੰ
ਫੋਲੋ ਕਰਨਾ ਹੁੰਦਾ, ਪਰ ਪ੍ਰਾਈਵੇਟ ਬੰਦਾ ਕਿਸੇ ਦੀ ਫੋਟੋ ਵੀ ਨਹੀਂ ਖਿੱਚ ਸਕਦਾ। ਲੇਕਿਨ ਅਸੀਂ ਸਾਨੂੰ ਡਰ ਕਾਹਦਾ ਸਾਡੀ ਫੋਟੋ ਲੈਣ? ਮੈਂ ਕਹਿੰਦਾ ਸੈਲਫੀ ਲੈਣ ਮੇਰੇ ਨਾਲ ਆਪਣੀ। ਗੱਲ ਨਾਲ ਤੁਹਾਡੇ ਨਾਲ ਸੈਲਫੀ ਨਹੀਂ ਲੈਣੀ, ਤੁਹਾਡੀ ਫੋਟੋ ਲੈਣੀ ਚਾਹੁੰਦਾ ਵਾ ਕਿ ਪਤਾ ਲੱਗੇ, ਜਾਂ ਕਿਸੇ ਨੂੰ ਭੇਜਾਂਗਾ ਮੈਂ ਅੱਗੇ, ਜਾਂ ਡਰਾਵਾਂਗਾ, ਜਾਂ ਇਸ ਬੰਦੇ ਨੂੰ ਕਿੱਦਾਂ ਦਬੇਗਾ, ਇਦਾਂ ਦਾ ਕੁਝ ਕਰਨਾ ਚਾਹੁੰਦੇ ਹੋਣੇ ਆ। ਹੋਰ ਤਾਂ ਕੋਈ ਫੋਟੋ ਲੈਣ ਦਾ ਤਾਂ ਮਕਸਦ ਹੀ ਨਹੀਂ ਹੈ। ਤੁਸੀਂ ਗੱਲਾਂ ਦਾ ਜਵਾਬ ਲੈ ਸਕਦੇ ਹੋ, ਗੱਲਾਂ ਜਵਾਬ ਦੇ ਸਕਦੇ ਹੋ, ਪਰ ਫੋਟੋ ਲੈ ਕੇ ਕਿਸੇ ਨੂੰ ਡਰਾਉਣਾ। हाँ प्रोजेक्ट मैनेजर को बुलाओ। ठीक है सर। यहाँ लगा है प्रोजेक्ट का वो जो बोर्ड लगता है, यहाँ लगा है कहाँ? इंस्ट्रक्शन लगी हुई आज वहाँ में एक दूसरा जगह खुदाई कर रहा था सर, हमको भेजा है यहाँ पे कि चला जा मशीन वहाँ पे लेके, वहाँ पर खुदाई करना है अथी पंप हाउस का, इसलिए मैं मशीन लेकर आया। अभी तक कोई फ़ोन नहीं आया, बंद किया नहीं, वैसे 8 to 8 ड्यूटी है अपना, इसके लिए मैंने चालू ही रखा था। हाँ, रात की 12 घंटा ड्यूटी, रात को 12 घंटे, मैंने सुबह से 8 से 8 बजे शाम तक। हाँ, पर रात को ड्यूटी नहीं कर सकते ना, ये वाली चीज़ रात को नहीं हमको है। आप करिए फोन। सुपरवाइजर हमें बताएंगे तभी तो हम बंद करेंगे। होती। सरकार के नियम है ना सर कि आप नहीं कर सकते हो रात को काम ऐसे। अगर करोगे तो यहाँ पे एक जनरेटर होगा, बड़ी लाइटें होंगी, और एक सिस्टम होगा सिक्योरिटी का कि बीच में कोई ना आ जाए, कोई नुकसान ना हो ਭਾਈ जाए। ਇੱਕੋ ਜਗ੍ਹਾ ਥੋੜਾ ਖੱਡ ਪਾਉਣ ਦਾ ਠੇਕਾ ਮਿਲਿਆ ਹੈ। ਠੇਕਾ ਉੱਥੇ ਥੋੜਾ ਮਿਲਿਆ ਜਿੱਥੇ ਰੇਤਾ ਹੀ ਰੇਤਾ ਹੈ। ਠੇਕਾ ਤਾਂ ਮਿਲਿਆ ਸਾਰੇ ਪਾਰਕ ਦਾ, ਤੇ ਸਾਰੇ ਪਾਰਕ ਨੂੰ ਇਕੁਅਲ ਕੀਤਾ ਜਾਵੇ, ਬਰਾਬਰ ਕੀਤਾ ਜਾਵੇ। ਕੀਤਾ ਉੱਥੋਂ ਜਿੱਥੇ ਰੇਤਾ ਹੈ। ਰੇਤਾ ਗੱਡੀ ਜਾਂਦਾ ਤੁਸੀਂ ਘੱਟੋ ਘੱਟ 10 ਟਿੱਪਰ ਵੇਚ, ਉੱਥੇ ਕੈਮਰਾਮੈਨ ਸਾਹਿਬ ਨੂੰ ਕਹਾਂਗੇ ਦਿਖਾਉਣ ਉੱਥੇ। ਛੋਟੇ ਹੈਗੇ ਸਾਡੇ ਤੋਂ। ਹਾਂ ਉਹ ਤਾਂ ਹੈਗਾ ਖੱਡ इकट्ठी कर रहे हैं ਵਿੱਚੋਂ। ਰੇਤੇ ਹੀ ਰੇਤਾ ਹੈ। ਜਵਾਬ ਕਿਉਂ ਨਹੀਂ ਇਹਨਾਂ ਦਾ? ਜਵਾਬ ਕਿਉਂ ਨਹੀਂ ਇਹਨਾਂ ਕੋਲ? ਜਵਾਬ ਹੁਣ ਤੁਸੀਂ ਡੈਰੀ ਵਾਲੇ ਹੋ, ਤੁਹਾਡੀ ਨਾਲ ਡੈਰੀ ਹੈ। ਹੁਣ ਅਸੀਂ ਇੱਥੇ ਆ ਕੇ ਪਹਿਰਾ ਤਾਂ ਦਿਨੋਂ ਰਹੇ ਡੈਰੀ ਵਾਲਾ ਹੈਗਾ। ਹਾਂ, ਸਾਡਾ ਥੋੜੀ ਆ ਪਾਰਕ ਭਰਾਵਾ, ਪੈਸੇ ਤੁਸੀਂ ਸਰਕਾਰ ਦਾ। ਸਰਕਾਰ ਦਾ ਨਹੀਂ ਹੈ। ਹਾਂ। ਜਦੋਂ ਡੈਰੀ ਕੰਪਲੈਕਸ ਕੱਟਿਆ ਗਿਆ, ਇਸ ਗਲੀਆਂ ਦੇ ਪੈਸੇ ਵੀ ਡੈਰੀ ਨੂੰ ਪੈ ਜਾਂਦੇ ਆ, ਇਸ ਪਾਰਕ ਦੇ ਪੈਸੇ ਵੀ ਡੈਰੀ ਨੂੰ ਪੈ ਜਾਂਦੇ ਆ। ਜਦੋਂ ਸਰਕਾਰ ਨੂੰ ਕਿਸੇ ਚੀਜ਼ ਦੀ ਕਮੀ ਆਉਂਦੀ ਆ, ਸਾਡੇ ਦਾ ਕੁਛ ਨਾ ਕੁਛ ਲਾ ਦਿੰਦੇ ਨੇ। ਸਾਡੇ ਕੋਲ ਹੈ ਨਹੀਂ ਉਹਨਾਂ ਦੀ। ਫੋਨ ਨਹੀਂ ਚੱਕ ਰਹੇ? फ़ोन नहीं उठा रहे सर, ਭਾਈ ਅਗਲੇ ਕਹਿੰਦੇ ਤੁਸੀਂ ਫੋਨ ਨਹੀਂ ਚੱਕ ਰਹੇ? फ़ोन लगा के देख रहा हूँ, फ़ोन नहीं उठा रहे हैं प्रोजेक्ट मैनेजर अपना। ਪ੍ਰੋਜੈਕਟ ਮੈਨੇਜਰ ਫੋਨ ਨਹੀਂ ਚੱਕ ਰਹੇ। ਲੇਕਿਨ ਅਸੀਂ ਜਾਵਾਂਗੇ ਜ਼ਰੂਰ, ਉਹਨਾਂ ਦੇ ਡਾਕੂਮੈਂਟ ਜ਼ਰੂਰ ਚੈੱਕ ਕਰਾਂਗੇ। ਡਾਕੂਮੈਂਟ ਇਸ ਕਰਕੇ ਚੈੱਕ ਕਰਾਂਗੇ ਕਿ ਆਖਿਰ ਇਹ ਰਾਤ ਦੇ ਹਨੇਰੇ 'ਚ ਕੰਮ ਕਿਉਂ ਹੋ ਰਿਹਾ ਹੈ, ਕਿ ਦਿਨ ਦੀ ਰੋਸ਼ਨੀ ਦੇ ਵਿੱਚ ਵੀ ਕੰਮ ਹੋ ਸਕਦਾ ਹੈ। ਪਹਿਲੇ ਵੀ ਮਾਈਨਿੰਗ ਦੇ ਸਵਾਲ ਇਹਦੇ 'ਤੇ ਉੱਠੇ ਸੀਗੇ, ਲੇਕਿਨ ਰੇਤਾ ਜਿਹੜਾ ਕੱਢਿਆ ਜਾ ਰਿਹਾ, ਸਰੇਆਮ ਕੱਢਿਆ ਜਾ ਰਿਹਾ। ਮਾਨ ਸਾਹਿਬ, ਲੁਧਿਆਣਾ ਸ਼ਹਿਰ ਹੈ, ਲੁਧਿਆਣਾ ਸ਼ਹਿਰ ਦੇ ਵਿੱਚ ਮਾਈਨਿੰਗ ਜਿਹੜੀ ਹੈ ਹੋ ਰਹੀ ਹੈ। ਤੁਸੀਂ ਕਹਿੰਦੇ ਮਾਈਨਿੰਗ ਘਰ ਕਿੱਥੇ ਬੰਦ ਆ, ਰੇਤਾ ਨਾ ਕੱਢ ਕੇ ਕਿੱਥੇ पद्धर करेंगे? हाँ, कितने रेता सटोगे? चलो मान ली आपकी बात, रेता आपने निकाल दिया, आपके जिससे बात करवाई मेरी वो कह रहा रेता यहीं पे रहेगा, आपने भी कहा यहीं पे रहेगा, कहाँ पे खिलारोगे? कहाँ गया पहले वाला? पहले वाला हमें पता नहीं सर, हम खुदाई नहीं किए पहले। अभी ये कहाँ पे खिलारेंगे आप? नहीं, जैसे अभी ये अभी यहाँ पे बैक फिलिंग होगा, इसमें बैक फिलिंग होने के बाद ये इसका काम होने के बाद फिर इसका साइड से भराएगा। यहाँ से तुनका रेता नहीं जाएगा बाहर? हाँ सर, और ठाकुर बोल रहा हूँ सर, वो इधर मीडिया वाले आए हैं साहब सब, तो वही बोल रहे थे कि इधर आने के लिए। डॉक्यूमेंट लेके आइए, पब्लिक सारी इकट्ठी है यहाँ पे। पब्लिक पूरा यहाँ जमा है, तो डॉक्यूमेंट यहाँ का पूरा लेके आइए जल्दी सर। की कह रहे ने? आ रहे ने ਹੁਣ ਆ ਰਹੇ ਨੇ, ਸਾਨੂੰ ਕਹਿ ਜਾਂਦਾ ਉੱਥੇ ਆਓ। ਜਦੋਂ ਪਤਾ ਲੱਗ ਜਾਂਦਾ ਨਾ ਕਿ ਜਨਤਾ ਵੀ ਨਾਲ ਖੜ ਗਈ ਆ ਕੇ, ਫਿਰ ਇਹਨਾਂ ਨੂੰ ਲੱਗਦਾ ਕਿ ਹੁਣ ਸਾਡਾ ਜਿਹੜਾ ਜ਼ੋਰ ਮੀਡੀਆ ਤੇ ਉਹ ਚੱਲਣਾ ਨਹੀਂ ਚਾਹੀਦਾ। ਹੁਣ ਮੀਡੀਆ ਵਾਲਿਆਂ ਨੂੰ ਜਿਹੜਾ ਡਰ ਪਾਣਾ ਦੀ ਫੋਟੋ ਵਾਲਾ ਖਤਮ ਹੋ ਗਿਆ, ਕਿਉਂਕਿ ਪਬਲਿਕ ਹੀ ਵਿੱਚ ਆ ਚੁੱਕੀ ਹੈ। पब्लिक के सामने तुसी मीडिया ने कुछ नहीं कह पाओगे ना, पर जो आप कर रहे हो ना जी अंधेरे में गलत है, आपके लिए भी गलत है। लेकिन एमएलए साहब दलजीत सिंह करे भोला जी नाल भी गलबात करती है ते उन्होंने अपने यहाँ पे लगे इस वक्त यहाँ पर आप इस अकेले हो ना, आप कल को ये मशीन इधर उधर हो जाए फिर क्या कर लोगे? क्या है कोई जिम्मेवारी? तुम्हारी जिम्मेवारी है किसी के पास? ये परिवार सेफ कैसे है आपका? आप 40 फुट खड्डे में काम कर रहे हो, अकेले कर रहे हो, रात का समय है, गाय गिर जाए या इंसान गिर जाए, यही मशीन को कुछ हो जाए तो फिर कहाँ खड़े हो? चन्नी जी, चन्नी जी आ रहे ने, नुकसान है ना आपका। नहीं सर, अभी बोल रहा है मैं उधर रहता हूँ। जब ये मशीन चलती है ना तो एक सिस्टम बना हुआ है, सरकार संविधान के अनुसार एक सिस्टम है, इस मशीन को चलाने के लिए सारी तरफ से बंद करना चाहिए। अगर रात को काम करना, एक प्रोजेक्ट लाइट होती है बहुत बड़ी, उसमें दिखाना पड़ता है कि ये काम हो रहा है, और आपको भी सही रहे कि कहाँ आप उखाड़ रहे हो। मैंने फ़ोन किया उनको तो बोल रहा है ठीक है मैं आ रहा हूँ, तो उसके बाद पर ये प्रोजेक्ट के हिसाब से नहीं चल रहे हो आप। लेकिन ਅਸੀਂ ਵੇਟ ਵੀ ਕਰਾਂਗੇ, ਪਬਲਿਕ ਵੀ ਵੇਟ ਕਰ ਰਹੀ ਹੈ ਕਿ ਇੱਥੇ ਉਹ ਪਹੁੰਚਣ ਤੇ ਅਸੀਂ ਗੱਲਬਾਤ ਕਰੀਏ। ਵੇਟ ਕਰੋ ਤੇ ਤੁਹਾਨੂੰ ਪੂਰਾ ਮਾਮਲਾ ਦੱਸਾਂਗੇ ਤੇ ਡਾਕੂਮੈਂਟ ਚੈੱਕ ਕਰਾਂਗੇ ਆਖਿਰ ਉਹ ਟਰਮ ਐਂਡ ਕੰਡੀਸ਼ਨ ਕੀ ਲਿਖਾਈਆਂ ਗਈਆਂ ਨੇ। अप्लाई किया हुआ था, साहब से मेरी बात हुई थी अभी, 1 मिनट में पहले आप देख लो इसको, साहब बंद करो सर। हाँ जी बंद है, ये चीज़ें देख लो और साहब से बात कर लो आप, जो भी आपका इश्यू है कोई दिक्कत नहीं है।
ये अप्लाई किया, आप ये खड नहीं कर सकते इसके मुताबिक खड नहीं कर सकते जब तक आपके पास अप्रूवल पेपर नहीं आता। ये मेरे को व्हाट्सअप करिए। ठीक है सर, कर दूंगा मैं आपको। ठीक है सर। जो माइनिंग का एक भेजिए मेरे को, जो लेटर है कहाँ पे माइनिंग आप कर सकते हो। ठीक है सर, जो है मेरे पास मैं आपको भेज देता हूँ। ठीक है सर, ये भेजिए मेरे को। इसमें तो लिखा ही नहीं कहीं भी आप माइनिंग कर सकते हो। सर एक मिनट आप मेरा साहब से बात कर दीजिए, जो भी हम तो हाँ गल करा दो, वर्कर है काम हाँ मेरी गल करा दो साहब दे नाल। राहुल सर, अब मैंने व्हाट्सअप करो सर। आप नंबर बताओ सर आपने जिस पे फ़ोन किया मैंने आपको। हाँ जी राहुल जी। हाँ जी सर बताइए। सर ये इसकी अप्लाई किया है, इसका पूरा माइनिंग अधिकारियों की तरफ से माइनिंग करने की परमिशन की एक लेटर चाहिए मेरे को, जो इंस्ट्रक्शन है उसकी कॉपी चाहिए मेरे को, और लाइटिंग नहीं लगी हुई उसकी परमिशन चाहिए मेरे को, और डेंजर पट्टी नहीं लगी उसकी परमिशन की कॉपी चाहिए मेरे को। आप किस बिहाफ पे ये कर रहे हो ये बताइए मेरे को। सर बिहार पे ये गवर्नमेंट का प्रेस्टिजियस प्रोजेक्ट है, उसी का पार्ट है, और माइनिंग की जो परमिशन है वो हमें जरूरत जब पड़ती है जब हम कोई चीज निकाल के बाहर सेल कर रहे हो। हम तो कोई चीज सेल कर नहीं रहे हैं। पहले हमने पहले ये वीडियो चलाई थी, यहाँ से टिप्पर भरे जा रहे थे। पहले ठेकेदार कौन था सर? जो पहले हमने आपको क्लिप भेजूंगा जरूर मैं। सर एक मिनट मुझे बताइए, अगर टिप्पर में भरूंगा तो मैं अगर मटेरियल टिप्पर में नहीं डालूंगा तो मैं रखूंगा कहाँ है छोटे से प्लॉट में? मुझे ये बताइए। तो आप टिप्पर भर के कहाँ सेल करते हो, कहाँ रखते कहाँ पे हो? सेल नहीं करते, ये तो झुग्गियों के पास में हम देखिए कितना मटेरियल पड़ा है, सब मैंने डाला है। मुझे वहाँ पे झुग्गियों के पास कोई भी रेता नहीं मिला। तो रेता हमने निकाला ही नहीं है, मलबा ही था, मलबा ही निकाला है। जो पहली खबर चली है लुधियाना लाइव में, उसमें सारा रेता निकाल के टिप्पर भरे गए थे। वो रेता कहाँ पे रखा आपने? रेता सर निकला ही नहीं है, मलबा निकला है, मलबा पड़ा है, देखो ना। तो आपको मैं वीडियो भेज रहा हूँ, उसमें आप देखो कि मलबा की रेता है। तो आपको वो वीडियो भी भेजूंगा सर मैं आपको। और इसकी मेरे को ये बताइए, जो आप माइनिंग चलो आपके पास कह रहे हो कि जरूरत तब पड़ेगी जब हम बेचेंगे, तो माइनिंग रेता निकाल रहे हो, इस पर परमिशन किसकी है? सर मैं बताता हूँ, मैंने अपने जो क्लाइंट है ना मेरा जो पंजाब वाटर सप्लाई सीवरेज, उसको लेटर लिखा, उसने आगे माइनिंग डिपार्टमेंट को लेटर लिखा हुआ है। मुझे कोई इंस्ट्रक्शन ऐसा नहीं है कि ये काम अभी जब तक रोक दिया जाए। मुझे इंस्ट्रक्शन ये है कि हाँ परमिशन आपको मिल जाएगी। उसके लिए हमने ये भी बोला हुआ है, जो भी रॉयल्टी जो कुछ भरना है वो आप हमें दे दीजिए, हम भर देते हैं, क्योंकि हमें काम करना है, हमें किसी से रोकने के चक्कर में उसमें पड़ना ही नहीं है। लेकिन आपने 13 तारीख को भेजी थी आपने ये लेटर, जो इन्होंने भाई साहब ने खान जी ने मेरे को दिखाई है। इसमें आपके पास कोई भी अप्रूवल की कॉपी नहीं है कि आप काम कर सकते हो, तो आप वर्बली कर रहे हो। हाँ उनसे बात हुई है ना हमारी, काम तो हम कर रहे हैं। तो वर्बली बात से ही कर रहे हो, सिर्फ कोई डॉक्यूमेंट नहीं है आपके पास? सर डॉक्यूमेंट नहीं, मेरे पास एग्रीमेंट है। एग्रीमेंट इसमें क्या लिखा है एग्रीमेंट में कि आप काम कर सकते हो? एग्रीमेंट में लिखा है कि मुझे यहाँ ईटीपी पे ड्रेन्स बनानी है, मुझे प्लांट बनाना है। नहीं अप्रूवल है आपके पास सर, ये मैं कह रहा हूँ राहुल। अप्रूवल नहीं, मैं कह रहा हूँ एग्रीमेंट है। आप समझ नहीं रहे मेरी बात। मेरे पास एग्रीमेंट है सर। मैं एग्रीमेंट समझ गया कि एग्रीमेंट आपको मिल गया कि आपने यहाँ पे एक काम करना है, पेडा का जो भी काम कर रहे हो, सीवर लाइन पेडा का नहीं करना सर, पेडा का काम नहीं है, ये पंजाब वाटर सप्लाई सीवरेज बोर्ड का काम है। पेडा का जो डिफरेंट है वो बायोगैस का प्लांट है, हम लगा रहे हैं डेली वेस्ट प्लांट। तो इस पे मेरे को ये चाहिए कि आपके पास जो कुछ मंजूरी होगी एग्रीमेंट के अलावा, मंजूरी होगी, मंजूरी की कॉपी होगी, वो कॉपी आप मेरे को अवेलेबल करवा सकते हो सर? जितनी भी मंजूरी है वो आपको पंजाब वाटर सप्लाई सीवरेज बोर्ड से मिलेगी, क्योंकि जितनी भी एनओसी क्लियर करके देनी है, मैं रिक्वेस्ट कर सकता हूँ, मुझे परमिशन वही लोग लेके देंगे। जो भी फीस भरनी होती है वो भी क्लाइंट के ही स्कोप में। इवन देखिए मैं अभी अपना प्लांट चला रहा हूँ, मुझे बिजली का कनेक्शन लेना तो वो भी क्लाइंट के स्कोप में। तो मेरे उसमें कोई ट्रांसफार्मर का पोल आ गया, वो भी क्लाइंट को ही हटा के देना। मेरे को हिंड्रेंस फ्री साइट चाहिए, तब मैं काम कर पाऊंगा। लेकिन राहुल जी मैं आपसे ये पूछ रहा हूँ, आपके पास इसकी परमिशन तो नहीं है ना अभी? सर अप्लाई किया हुआ है। परमिशन नहीं है ना? हाँ तो आप परमिशन वो माइनिंग डिपार्टमेंट ने देनी है। चलो हम माइनिंग डिपार्टमेंट से पूछ लेते हैं। उन्होंने मुझे ये इंस्ट्रक्शन नहीं है कि आप काम ना करें। चलो मैं माइनिंग वालों से पूछता हूँ कि विदाउट आपकी अप्रूवल से कैसे काम हो रहा है। चलो राहुल जी आप सर मुझे एक लेटर ये दिलवा दो कि काम ना करें, मैं दे देता हूँ। पर मैं तो ये कह ही नहीं रहा हूँ। आपके पास अगर डॉक्यूमेंट पूरे होंगे तो आप काम करिए ना सर। मेरे पास एग्रीमेंट है ना, मैं काम करूंगा, एग्रीमेंट के तहत काम कर रहा हूँ। रहा परमिशन का, तो परमिशन सर दी हुई होती है, परमिशन हमने दे रखी है। हैबोवाल की परमिशन हमारे पास ऑलरेडी आई हुई है। हैबोवाल की आई ना सर? ये डेयरी कॉम्प्लेक्स ए जोन की तो नहीं आई ना सर? ये भी दी हुई है। अब देखिए इसमें मैं क्या करता हूँ, सरकारी डिपार्टमेंट है, मैं अपना काम डिले करूंगा। अब कितना डिले हो जाएगा आप खुद बताइए। अच्छा मेरे को एक लास्ट सवाल बता दीजिए कि जो रेता पड़ा है ये आप अपने डंप के पास रखेंगे जहाँ पे भी आपकी जगह होगी? सर हम ये देखिए, जो भी कोई एक्सेस ऑयल होती है ना, मुझे यहाँ भी करनी है। ये जो प्लॉट आप देख रहे हैं ना सर, ये इस लेवल से मुझे ऊपर ही भर के देना होगा जी। और मैं
मैंने अपना कैलकुलेशन भी माइनिंग डिपार्टमेंट को दिया है कि सर मुझे थोड़ा सा और ज्यादा ही लगेगा 300-400 क्यूबिक मीटर, तो मैं किसी को सेल करना ही नहीं है मैंने जी। क्योंकि मेरे वो स्कोप का पार्ट ही नहीं है और ना हमें उन चीजों में जाना है सर। ओके, मगर एग्रीमेंट आपके पास है लेकिन आपके परमिशन नहीं है ना सर? परमिशन माइनिंग डिपार्टमेंट का क्लाइंट ने अप्लाई किया हुआ है, दी नहीं मैंने अभी उनको उन्होंने। रिक्वेस्ट किया हुआ है। दी नहीं अभी। हाँ, बट मुझे ना तो क्लाइंट की तरफ से ये इंस्ट्रक्शन है कि आप काम बंद कर दो, ना माइनिंग की तरफ से ये इंस्ट्रक्शन है काम बंद कर दो। मेरे पे बल्कि इतना प्रेशर है कि मुझे ये काम 30 जून तक खत्म करके देना है, जो प्रिंसिपल सेक्रेटरी अपने पंजाब उसके म्युनिसिपल बोर्ड के हैं। चलो मैं पूछ लेता हूँ माइनिंग डिपार्टमेंट से। आप मुझे सर एक प्रूफ ये तो दीजिए, काम बंद कर दो, मैं काम बंद कर दूंगा, मुझे कुछ दिक्कत नहीं, जब तक परमिशन आएगी मैं हिलूंगा भी नहीं। लेकिन मुझे कोई ये तो दे, क्योंकि वो जो पेनल्टी वाला पार्ट है वो तो मेरे एंड पे ही आएगा ना, कोई मुझे ये तो नहीं कह रहा काम बंद कर दो। नहीं, ये जो डेयरी वाले लोग हमारे साथ बात करते हैं कि यहाँ पे माइनिंग हो रही है, हम तो उसकी तरह वेरीफाई करेंगे ना सर। माइनिंग वाले ये डेयरी वाले ये कहते हैं कि हमें 2 टिप्पर दे दो, मैं नहीं दे सकता ना किसी को कोई मिट्टी। हाँ जी, डेयरी वाले तो कई लोग मेरे एसडीओ साहब हैं या जेई साहब हैं। हाँ जी सर एसडीओ साहब हाँ जी बोलो बोलो बोलो। किस चीज़ ਦੇ ਐਸਡੀਓ ਕਿਹੜੇ ਡਿਪਾਰਟਮੈਂਟ ਤੋਂ? ਵਾਟਰ ਸਪਲਾਈ ਸੀਵੇਜ ਬੋਰਡ ਤੋਂ। ਵਾਟਰ ਸਪਲਾਈ ਸੀਵਰੇਜ ਬੋਰਡ ਜੀ ਜੀ। ਜੋ ਮਾਈਨਿੰਗ ਜਿਹੜੀ ਪਹਿਲੇ ਹੋ ਰਹੀ ਸੀ, ਪਹਿਲਾ ਠੇਕੇਦਾਰ ਕੌਣ ਸੀਗਾ? ਹਾਂਜੀ, ਪਹਿਲੇ ਠੇਕੇਦਾਰ ਕੌਣ ਸੀਗਾ? ਆਹੀ ਕੰਪਨੀ ਕੋਲ ਕੰਮ ਸੀਗਾ। ਲੇਕਿਨ ਪਹਿਲੇ ਸਾਰੇ ਖਬਰ ਚਲਾਈ ਸੀ ਤਾਂ ਟਿੱਪਰ ਭਰ ਕੇ ਜਾ ਰਹੇ ਸੀਗੇ, ਲੇਕਿਨ ਉਸ ਤੋਂ ਬਾਅਦ ਮਾਈਨਿੰਗ ਵਿਭਾਗ ਨੇ ਕਾਰਵਾਈ ਵੀ ਕੀਤੀ ਸੀਗੀ, ਤੁਹਾਨੂੰ ਇੰਸਟਰਕਸ਼ਨ ਵੀ ਦਿੱਤੀ ਹੋਊਗੀ। ਮੇਰੇ ਕੋਲ ਜਮਾਲਪੁਰ ਦਾ ਪਲਾਂਟ ਆ, ਯਾਨੀ ਕਿ ਸਾਡੇ ਡਿਪਾਰਟਮੈਂਟ ਦਾ ਹੀ ਆ। ਹਾਂਜੀ, ਸਾਡੇ ਐਸਡੀਓ ਸਾਹਿਬ ਨੇ ਮਨਿੰਦਰ ਜੀ। ਹਾਂਜੀ ਹਾਂ ਦੱਸੋ। ਲੇਕਿਨ ਉੱਥੇ ਪਹੁੰਚੇ ਵੀ ਸੀਗੇ, ਲੇਕਿਨ ਅੱਜ ਨੂੰ ਫਿਰ ਦੁਬਾਰਾ ਕੰਮ ਹੋ ਰਿਹਾ, ਪਰਮਿਸ਼ਨ ਉਹ ਕਹ ਰਹੇ ਨਹੀਂ ਮਿਲੀ ਹੋਈ ਹੈ ਜੀ। ਆਟੋ ਸਟੇਸ਼ਨ परमिशन की बात ਤੁਸੀਂ ਜ਼ਰਾ ਆਪਣਾ ਕੈਮਰਾ ਜ਼ੂਮ ਕਰੋ, ਮੈਂ ਤੁਹਾਨੂੰ ਦਿਖਾਣਾ ਦੋ। परमिशन वगैरह सब कुछ है और माइनिंग कोई नहीं हो रहा है। माइनिंग यहाँ से यहाँ भी आप देखिए कंजस्टेड एरिया है, यहाँ पर तो डंपिंग तो नहीं कर सकते ना एरिया में। आप देखिए वहाँ पर एक प्लॉट है, वहाँ पर डाल रहे हैं ਮੈਂ ਤੁਹਾਨੂੰ ਪੜ੍ਹ ਕੇ ਮੈਂ पहले भी डाल रहे थे, अभी भी डाल ਪੱਤਰ ਨੰਬਰ 5 ਵਾ ਜੀ ਜੀ ਆ ਕੈਮਰਾ ਫੋਕਸ ਕਰੋ ਜੀ। ਪੱਤਰ ਨੰਬਰ 5 ਮਿਤੀ ਹੈਗੀ 2/1/2023। ਠੀਕ ਹੈ। ਕਾਰਜਕਾਰੀ ਇੰਜੀਨੀਅਰ ਜੀ ਲਿਖ ਰਹੇ ਨੇ ਕਿ ਇਹਨਾਂ ਨੂੰ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਨੂੰ। ਠੀਕ ਹੈ। ਹੁਣ ਦੇਖੋ ਪੜੋ, ਮੈਂ ਸੁਣਾਣਾ। ਉਪਰੋਕਤ ਵਿਸ਼ੇ ਤੇ ਹਵਾਲੇ ਦੇ ਅਧੀਨ ਪੱਤਰ ਦੇ ਸੰਬੰਧ ਵਿੱਚ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਵੱਲੋਂ ਪ੍ਰਾਪਤ ਹੋਏ ਐਸਟੀਪੀ ਅਤੇ ਈਟੀਪੀ। ਐਸਟੀਪੀ ਆਪਣਾ ਜਮਾਲਪੁਰ ਜੋ ਮੇਰੇ ਕੋਲ ਆ, ਈਟੀਪੀ ਸਾਡੇ ਐਸਡੀਓ ਸਾਹਿਬ ਦੇ ਕੋਲ ਆ, ਮਨਿੰਦਰ ਜੀ ਕੋਲ। ਪ੍ਰੋਜੈਕਟ ਲਈ ਲੋਕੇ ਪ੍ਰੋਜੈਕਟ ਲਈ ਇਕਲਾਉਨ ਪੈਨਲ ਅਤੇ ਐਕਸਕੇਵੇਸ਼ਨ ਸੰਬੰਧੀ ਦਸਤਾਵੇਜ਼ ਇਸ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ ਹਨ। ਉਹਨਾਂ ਦਸਤਾਵੇਜ਼ਾਂ ਦੀ ਜਾਂਚ ਵਿੱਚ ਇਸ ਦਫ਼ਤਰ ਦੇ ਉਪ ਮੰਡਲ ਵੱਲੋਂ ਕੀਤੀ ਗਈ ਅਤੇ ਆਪ ਵੱਲੋਂ 1757 ਮੀਟਰ ਜਾਂ 62048 ਘਣ ਫੁੱਟ ਮਿੱਟੀ ਭਰਤ ਦੇ ਤੌਰ ਤੇ ਵਰਤੇ ਜਾਣ ਤੇ ਉਸ ਦੀ ਫੀਸ ਕਲੈਕਸ਼ਨ ਹੇਠ ਅਨੁਸਾਰ ਹੈ ਜੀ। ਰਾਇਲਟੀ ₹2 @1,24,096। ਸੈਕਿੰਡ ਪੜੋ, EMF @1/10 at royalty 12,410। ਲੇਕਿਨ ਮਿੱਟੀ ਲਿਖੀ ਗਈ ਹੈ ਨਾ, ਤਾਂ ਮਿੱਟੀ ਹੀ ਆ ਇਹ। ਤੇ ਇਹ ਜੋ ਰੇਤਾ ਕਿਹੜਾ ਰੇਤਾ? ਆ ਜੋ ਰੇਤਾ ਹੈਗਾ, ਦਿਖਾਓ ਕਿੱਥੇ ਰੇਤੇ ਹੈ, ਦਿਖਾਓ ਕਿੱਥੇ ਰੇਤਾ। ਲਓ ਕੈਮਰਾ ਔਨ ਕਰੋ। ਆ ਸਾਹਮਣੇ ਜੋ ਪਿਆ ਕੈਮਰਾ ਅੱਜ ਦੇਖਿए ਰੇਤੇ। ਆ ਦੇਖੋ, ਆ ਮਿੱਟੀ ਥੋੜੀ ਨਾ, ਇਹ ਮਿੱਟੀ ਹੈ। ਇਹ ਮਿੱਟੀ ਹੀ ਆ। ਦੱਸੋ ਹਾਂ, ਲੈ ਕੇ ਕੌਣ ਜਾ ਰਿਹਾ ਦੱਸੋ? ਨਹੀਂ, ਜੋ ਪਹਿਲੇ ਕੌਣ ਜਾ ਰਿਹਾ, ਕਿੱਥੇ ਵੇਚ ਰਿਹਾ ਵਾ, ਕੋਈ ਵੀਡੀਓ ਕੋਈ ਪ੍ਰਮਾਣ ਕੋਈ ਜੋ ਪਹਿਲੀ ਅਸੀਂ ਵੀਡੀਓ ਚਲਾਈ ਉਹਦੇ ਵਿੱਚ ਟਿੱਪਰ ਲੈ ਕੇ ਜਾ ਰਹੇ ਸੀ, ਉਹ ਮੈਂ ਤੁਹਾਨੂੰ WhatsApp ਵੀ ਕਰਾਂਗਾ। ਲੇਕਿਨ ਇਸ ਨੂੰ ਲੈ ਕੇ ਰੱਖਿਆ ਜਾਊਗਾ ਆਪਣੀ ਜਗ੍ਹਾ ਤੇ ਹੀ, ਜਗ੍ਹਾ ਦੇ ਉੱਤੇ। ਹਾਂ, ਜਗ੍ਹਾ ਕਿੱਥੇ ਸਟੋਰ ਹੋਗੀ। ਜਗ੍ਹਾ ਕਿੱਥੇ ਹੈ? जगह वो दिखाई आज ਇੱਥੇ ਦੱਸ ਦਿਓ ਸੋਰਾ। नहीं कैमरा जो लेके कहाँ पे जगह है? यहाँ पर ताजपुर अपना जो ये चल रहा है दो STP मछली मार्केट पे जो कचरा डाल दिया था, आगे का जो है ऊपर का मिट्टी वो वहाँ पर डाल दिया है, आप देख सकते हैं। ਸਵੇਰ ਨੂੰ ਮੈਂ ਉੱਥੇ ਆਉਂਗਾ ਕਿ ਇਹ ਜੋ ਵੀ ਰੇਤਾ ਤੋਂ ਆਪਾਂ ਹੁਣ ਚੱਲਦੇ ਆ, ਛੱਡੋ ਆਪਾਂ ਹੁਣ ਚੱਲੋ। ਕਾਰ ਆਪਣੇ ਕੋਲ ਨੇ, 2 ਕਾਰਾਂ ਨੇ ਹੈਗੀ ਮੇਰੇ ਕੋਲ। ਹਾਂ ਚਲੋ ਫਿਰ ਆਓ ਚੱਲਦੀ ਹੈ। ਕੈਮਰਾ ਔਨ ਰੱਖੋ। ਲੇਕਿਨ ਉੱਥੇ ਜਿਹੜਾ ਸਾਰਾ ਟਿੱਪਰ ਭਰ ਕੇ ਉੱਥੇ ਹੀ ਰੱਖੇ ਡੰਪ ਹੋਣਗੇ। ਉੱਥੇ ਡੰਪ ਹੋਊਗਾ ਜਦੋਂ ਹੋ ਗਿਆ ਬੈਕ ਫਿਲਿੰਗ ਇਹਦੀ ਹੋਊਗੀ। आप देखते रहिए, ਬੈਕ ਫਿਲਿੰਗ ਇੱਥੇ ਹੋਊਗੀ। ਤੁਹਾਨੂੰ ਨਹੀਂ ਵਿਸ਼ਵਾਸ ਹੈ, ਕੈਮਰੇ ਉੱਥੇ ਲਗਾ ਦਿਓ 24 ਘੰਟੇ ਦੇ। ਲੇਕਿਨ ਅਸੀਂ ਦਿੰਨੇ ਆ। ਲੇਕਿਨ ਅਸੀਂ ਸਵੇਰੇ ਉੱਥੇ ਵੀ ਜਾਵਾਂਗੇ ਤੇ ਤੁਹਾਨੂੰ ਤੱਥ ਵੀ ਦਿਖਾਵਾਂਗੇ ਤੇ ਮਾਈਨਿੰਗ ਅਫਸਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ
ਇੱਥੋਂ ਜਦੋਂ ਰੇਤੇ ਟਿੱਪਰ ਜਾਊਗਾ ਅਸੀਂ ਨਾਲ ਜਾਵਾਂਗੇ। ਮੈਂ ਕਹਿੰਦਾ ਆਪ ਜੀ ਹੁਣ ਚੱਲੋ, ਹੁਣ ਚੱਲੋ, ਸਵੇਰੇ ਚੱਲੋ, ਅਸੀਂ ਤਾਂ ਹੁਣ ਲਈ ਤਿਆਰ ਆ ਜਾਓ। ਲੇਕਿਨ ਅਸੀਂ ਤਦ ਜਾਵਾਂਗੇ ਕਿ ਸਾਡੇ ਕੋਲ ਇੱਥੇ ਕੋਈ ਟਿੱਪਰ ਜਦੋਂ ਭਰਿਆ ਸਾਨੂੰ ਫੋਨ ਆ ਗਿਆ ਕਿ ਟਿੱਪਰ ਲੈ ਕੇ ਜਾ ਰਹੇ ਨੇ, ਅਸੀਂ ਉਸ ਟਿੱਪਰ ਦੇ ਮਗਰ ਜਾਵਾਂਗੇ, ਅਸੀਂ ਤੁਹਾਡੇ ਕਹਿਣ ਦੇ ਮੁਤਾਬਿਕ ਨਹੀਂ ਜਾਵਾਂਗੇ। ਚਲੋ ਤੁਸੀਂ ਸਾਡੇ ਕਹਿਣ ਦੇ ਮੁਤਾਬਿਕ ਨਾ ਚੱਲਿਓ, ਤੁਸੀਂ ਸਾਡੇ ਮੁਤਾਬਿਕ ਆਪ ਜੀ ਨਾ ਚੱਲਿਓ, ਪਰ ਤਾਂ ਵੀ ਦੇਖ ਲਓ ਅਸੀਂ 19:27 ਤੇ ਡਿਊਟੀ ਦਾ ਟਾਈਮ ਛੱਡ ਕੇ ਵੀ ਆਪ ਜੀ ਨੇ ਕਿਹਾ ਤੇ ਆਓ, ਅਸੀਂ ਤੁਹਾਨੂੰ ਗਰਾਊਂਡ ਦੀ ਰਿਐਲਿਟੀ ਕਲੀਅਰ ਕਰਨ ਵਾਸਤੇ ਇੱਥੇ ਆਏ ਆ ਵੀ ਦੱਸੋ ਨਾ ਇੱਥੇ ਕੋਈ ਮਿੱਟੀ ਚੱਕੀ ਜਾ रही है। आपके साथ में ऐसा हो रहा है किसी भी, मैं सब नुमाइंदों को बोलता हूँ, अगर ऐसा हो रहा है तो हमें भी बताइए, अगर ऐसा कोई कर रहा है तो ऐसे भी हमें भी बताइए, हम उसको कार्रवाई करेंगे, ऐसा कोई बात नहीं है। बोर्ड नहीं लगे यहाँ पे, कोई भी बोर्ड नहीं लगे हुए कि कंस्ट्रक्शन चल रही है उसके मुताबिक कोई बोर्ड लगे होते, कंडीशन होती, कुछ भी वो नहीं है यहाँ पे, कुछ लाइटिंग नहीं है, ड्राइवर अकेला काम कर रहा है, ना डेंजर पट्टी है, वो कहाँ पे सर? बैरिकेडिंग पूरा लगा हुआ है, अभी इसके ऊपर और एक्सकेवेशन लगा हुआ है। ये देखिए पहले ये जो ईटीपी के 2 प्लॉट में है, ये एक प्लॉट में वहाँ काम चल रहा है, पूरा बैरिकेडिंग है, अब इसका भी बैरिकेडिंग है, पतरे से पूरा हो जाएगा। ठीक है, पट्टी पुट्टी सारा कुछ लगेगी। ਬਾਤ ਮੈਂ ਚਲੋ ਇੱਥੇ ਕਰਨਾ ਚਾਹੁੰਦਾ, ਜੇ ਆਪਣੇ ਘਰ ਦੇ ਵਿੱਚ ਵੀ ਜੇ ਕੋਈ ਕੰਮ ਹੁੰਦਾ ਵਾ, ਆਪਾਂ ਕੋਈ ਐਕਸਕੇਵੇਸ਼ਨ ਕਰਨੀ ਹੁੰਦੀ ਆ, ਇੱਕ ਮਲਬਾ ਚੱਕ ਕੇ ਆਪਾਂ ਸਾਈਡ ਤੇ ਤਾਂ ਆਪਾਂ ਰੱਖ ਨਹੀਂ ਸਕਦੇ ਨਾ। ਅੱਗੇ ਵਾਲੇ ਪਲਾਟ ਜਦੋਂ ਉੱਥੇ ਆਪਣਾ ਨੀਹਾਂ ਪੱਟ ਦੀਆਂ ਫਿਰ ਮਿੱਟੀ ਆਪਾਂ ਦੁਬਾਰਾ ਉੱਥੇ ਪਾਉਂਦੇ ਹੁੰਦੇ ਆ। ਲੇਕਿਨ ਬਾਈ ਜੀ ਗਊ ਰੱਖਿਆ ਦਲ ਵਾਲੇ ਵੀ ਅੱਗੇ ਆ ਜੋ ਬਾਈ ਜੀ, ਲੇਕਿਨ ਕੀ ਸੇਫ ਕੀ ਨਹੀਂ ਹੈ ਤੁਹਾਡੀ ਗਾਵਾਂ ਕਿੱਦਾਂ ਸੇਫ ਹੋ? ਸਭ ਤੋਂ ਪਹਿਲਾਂ ਜੀ ਦੇਖੋ ਹਾਈ ਕੋਰਟ ਦੇ ਬੜੇ ਵੱਡੇ ਸੂਝਵਾਨ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਬੜੀ ਜਗ੍ਹਾ ਤੇ ਕਿਹਾ ਕਿ ਅਗਰ ਸਰਕਾਰ 10 ਫੁੱਟ ਦਾ ਨਾਲਾ ਬਣਾਵੇ ਜਾਂ 10 ਫੁੱਟ ਦੀ ਗਲੀ ਬਣਾਵੇ, ਉੱਥੇ ਇੰਟਰੋਡਿਊਸ ਬੋਰਡ ਹੋਣਾ ਚਾਹੀਦਾ, ਕਿਹੜਾ ਐਸਡੀਓ ਆ, ਕਿਹੜਾ ਐਸਡੀਐਮ ਆ, ਕਿਹੜਾ ਜਈ ਆ, ਕਿਹੜਾ ਠੇਕੇਦਾਰ ਆ, ਔਰ ਉਹਨਾਂ ਦੇ ਕੀ ਨੰਬਰ ਆ, ਕੀ ਕੰਟੈਕਟ ਨੇ, ਔਰ ਜਿਹੜਾ ਪ੍ਰੋਜੈਕਟ ਚੱਲ ਰਿਹਾ ਵਾ ਉਹ ਕਿੰਨਾ ਗਹਿਰਾ ਹੋਏਗਾ, ਕਿੰਨਾ ਚੌੜਾ ਹੋਏਗਾ, ਉਹਦੇ 'ਚ ਕੀ ਬਣੇਗਾ, ਕੀ ਉਹ ਲੱਗਿਆ ਇੱਥੇ? ਨਹੀਂ ਤੁਸੀਂ ਨਾ ਦੇਖੋ, ਇਹ ਮੇਰੇ ਕੋਲ ਪਲਾਂਟ ਹੈ ਨਹੀਂ, ਪਰ ਮੈਂ ਜੋ ਤੁਹਾਨੂੰ ਜਾਣੂ ਕਰਾਉਣਾ ਚਾਹੀਦਾ, ਜਮਾਲਪੁਰ ਦਾ ਪਲਾਂਟ ਸਾਡਾ ਚੱਲ ਰਿਹਾ ਵਾ, ਉੱਥੇ ਬਕਾਇਦਾ ਸੀਗਾ। ਤੁਸੀਂ ਜਿਹੜਾ ਇੱਕ ਮਿੰਟ, ਤੁਸੀਂ ਜਿਹੜਾ ਕਾਗਜ਼, ਇੱਕ ਮਿੰਟ, ਜਿਹੜਾ ਤੁਸੀਂ ਕਾਗਜ਼, ਇੱਕ ਮਿੰਟ, ਪਲਾਟ ਹੀ ਨਹੀਂ ਹੈਗਾ ਜਨਾਬ, ਇੱਕ ਮਿੰਟ, ਤੁਸੀਂ ਗੱਲ ਹੀ ਨਾ ਕਰੋ, ਤੁਹਾਡੇ ਕੋਲ ਪਲਾਟ ਕਿਹਦੇ ਕੋਲ ਹੈਗਾ? ਜਦ ਮੈਂ ਆਇਆ ਇਹ ਪਲਾਟ ਕੌਣ ਦੇਖ ਰਿਹਾ? ਇਹ ਜਿਹੜਾ ਪ੍ਰੋਜੈਕਟ ਹੈ ਨਾ, ਇੱਕ ਮਿੰਟ, ਇਹ ਪ੍ਰੋਜੈਕਟ ਹਿੱਸਿਆਂ ਦੇ ਵਿੱਚ ਜਿਹੜਾ ਪ੍ਰੋਜੈਕਟ ਜਿਹੜਾ ਇਹਨਾਂ ਨੇ ਕਾਗਜ਼ ਤੁਹਾਨੂੰ ਦਿਖਾਇਆ ਇਸ ਜਗ੍ਹਾ ਦਾ ਨਹੀਂ ਹੈਗਾ, ਨਹੀਂ ਹੈਗਾ, ਮੈਂ ਕਲੀਅਰ ਕਰਦਾ, ਮੈਂ ਪੜ੍ਹ ਲਿਆ ਸੀਗਾ, ਨਹੀਂ ਪੜਿਆ ਨਾ, ਉਹ ਤੁਸੀਂ ਇੱਥੋਂ ਦਾ ਨਹੀਂ ਹੈਗਾ, ਤੁਸੀਂ ਜਿਹੜਾ ਦਿਖਾ ਰਹੇ ਹੋ ਉਹ ਨਹੀਂ ਹੈਗਾ। ਤੁਸੀਂ मैं ਦੱਸ दूंगा ਤੁਹਾਨੂੰ, ਤੁਸੀਂ पक्की बात है ना आपकी। चलो आपको सुबह वेरीफाई करवा देंगे कि ये जो आप कागज है ना यहाँ का नहीं है, अगर यहाँ का होता ना, यहाँ ਸਾਲ ਦੇ ਪਹਿਲੇ ਦੂਜੇ ਦਿਨ ਹੀ ਸਾਨੂੰ ਮਿਲਿਆ ਵਾ, ਜਾਂ ਤਾਂ ਹੋਵੇ ਨਾ ਜਨਾਬ ਵੀ ਉਹ 2 ਸਾਲ ਪੁਰਾਣਾ, 6 ਸਾਲ ਪੁਰਾਣਾ, ਬੇਸ਼ੱਕ ਸਾਡਾ ਪ੍ਰੋਜੈਕਟ ਮੈਂ ਐਸਡੀਓ ਆ, ਜਿਹੜਾ ਪ੍ਰੋਜੈਕਟ ਆ। ਇੱਕ ਮਿੰਟ ਐਸਡੀਓ ਸਾਹਿਬ, ਇੱਕ ਬੜੀ ਵੱਡੀ ਗੱਲ ਕਰਨਾ ਚਾਹਨਾ ਕਿ ਜਦੋਂ ਰਾਤ ਨੂੰ ਕੰਮ ਹੋਣਾ ਕਿਤੇ ਵੀ, ਉੱਥੇ ਜਨਰੇਟਰ ਔਰ ਘੱਟੋ ਘੱਟ 8 kV ਦੀ ਲਾਈਟ ਲੱਗਣੀ ਬੜੀ ਜ਼ਰੂਰੀ ਆ। ਸਰਕਾਰ ਦੇ ਨਿਯਮ ਔਰ ਹਾਈ ਕੋਰਟ ਦੇ ਨਿਯਮ ਨੇ। ਤੁਸੀਂ ਦੱਸੋ ਕਿ ਤੁਹਾਡਾ ਇੱਥੇ 100 ਵਾਟ ਦਾ ਬਲਬ ਲੱਗਿਆ? ਚਲੋ ਮੈਂ ਤੁਹਾਨੂੰ ਸਪਸ਼ਟ ਕਰਦਾ, ਨਹੀਂ ਤੁਸੀਂ ਮੇਰੀ ਵੀ ਗੱਲ ਸੁਣੋ ਇੱਕ ਮੈਂ ਸੁਣਦਾ ਤੁਹਾਡੀ, ਤੁਸੀਂ ਜਿਹੜਾ ਬੁੱਢਾ ਨਾਲਾ ਪ੍ਰੋਜੈਕਟ ਵਾ, ਠੀਕ ਹੈ, ਇਹਦੇ ਵਿੱਚ 2 STP ਨਵੇਂ ਬਣਨੇ ਆ, 6 IPS ਬਣਨੇ ਆ, ਠੀਕ ਹੈ, ਉਸ ਤੋਂ ਬਾਅਦ ਰਾਈਜ਼ਿੰਗ ਮੇਨ ਬਣਨੀ ਆ। ਇਹਦੇ ਵਿੱਚ ਅਸੀਂ 3 SDO ਸੀਗੇ, ਜੇਈ ਅਸੀਂ 3 ਸੀਗੇ, ਅੱਡ-ਅੱਡ ਹਿੱਸਿਆਂ 'ਚ ਵੰਡਿਆ ਹੁੰਦਾ ਵਾ। ਮੈਂ ਤਾਂ ਆਪਣਾ ਜਮਾਲਪੁਰ ਪਲਾਂਟ ਚੈੱਕ ਕਰਨ ਆਇਆ ਸੀਗਾ, ਸਾਜਿਦ ਜੀ ਨੂੰ ਫੋਨ ਆਇਆ ਜੀ ਉੱਥੇ ਕੋਈ ਗੱਲ ਹੋ ਗਈ ਹੈ ਵੀ ਤੁਸੀਂ ਆਓ ਜ਼ਰਾ ਸਾਡੇ ਨਾਲ ਚਲੋ। ਮੈਂ ਕਿਹਾ ਨਹੀਂ, ਸਾਡਾ ਏਰੀਆ ਨਹੀਂ ਆ, ਪਰ ਚਲੋ ਅਸੀਂ ਇੱਕੋ ਟੀਮ ਦਾ ਹਿੱਸਾ ਵਾਂ, ਅਸੀਂ ਆਨੇ ਆ, ਅਸੀਂ ਜਾਣੇ ਆ, ਆਓ ਜੀ। ਪ੍ਰੋਜੈਕਟ ਦੀ ਨਾ ਤਰੀਕ ਸੁਣੋ, ਨਾ ਸੁਣੋ ਇਹਨਾਂ ਨੂੰ ਸਰ ਵੋਟਾਂ ਪਾਣੇ ਆ, ਸਾਡਾ ਟੈਕਸ ਜਾਂਦਾ। ਇੱਕ ਗੱਲ ਸੁਣ ਲਓ, ਇਹਨਾਂ ਨੂੰ ਪ੍ਰੋਜੈਕਟ ਦੀ ਪਰਮਿਸ਼ਨ ਹੁਣ ਮਿਲੀ ਆ, 1 ਤਰੀਕ ਨੂੰ ਜਿੰਨੀ ਮਿਲੀ ਹੈ, 2 ਤਰੀਕ ਨੂੰ ਮਿਲੀ ਹੈ, ਉੱਥੇ ਲਿਖਿਆ ਹੋਇਆ ਸੀ 2/12 ਨੂੰ ਮਿਲੀ ਹੈ, ਠੀਕ ਹੈ, 2 ਜਨਵਰੀ ਨੂੰ ਮਿਲੀ ਹੈ, ਠੀਕ ਹੈ। ਤੇ ਪਹਿਲੇ ਕੰਮ ਕਿੱਦਾਂ ਚੱਲ ਰਿਹਾ ਸੀ ਸਰ? ਆਹ ਜਵਾਬ ਦੇ ਦਿਓ। ਪਰਮਿਸ਼ਨ ਤੁਹਾਨੂੰ ਹੁਣ ਮਿਲੀ, ਤੁਸੀਂ ਹੁਣ ਪਰਮਿਸ਼ਨ ਦਿਖਾਈ, ਪਹਿਲੇ ਕੰਮ ਕਿੱਦਾਂ ਜਨਾਬ, ਪਹਿਲੇ ਕਿੱਦਾਂ ਚੱਲ ਰਿਹਾ ਸਰ? ਕਿੱਧਰ ਗਏ ਸਾਜਿਦ ਜੀ ਕਿੱਥੇ ਹੋ? परमिशन ਤੁਹਾਡੇ ਕੋਲ ਹੁਣ ਮਿਲੀ ਨਾ? परमिशन अपने पास 4 हैं सर, पहले भी प्लांट पे परमिशन लिया हुआ है। ਇਹਦੀ ਪਰਮਿਸ਼ਨ ਕਦੋਂ ਮਿਲੀ ਹੈ? ये अभी मिली है। ਤੇ ਉਹ ਪਹਿਲੇ ਕੰਮ ਕਿੱਦਾਂ ਚੱਲ ਰਿਹਾ ਸੀਗਾ ਵਿਦਆਊਟ ਪਰਮਿਸ਼ਨ? विदाउट परमिशन नहीं, परमिशन तो अपने पास थी, कोई ऑब्जेक्शन आया तो परमिशन के लिए अप्लाई कर दिया, आ गई परमिशन। माइनिंग डिपार्टमेंट ने किया, फिर तुसी परमिशन अप्लाई? नहीं, पहले भी किया हुआ है, अपने पास हेबोवाल का परमिशन है, यहाँ का परमिशन है, सब परमिशन है। ਇਹਦੀ ਹਾਰਡ ਕਾਪੀ ਹੈਗੀ ਤੁਹਾਡੇ ਕੋਲ? वो एसडीओ साहब से मिल जाएगी आपको, कोई बात। ਚਲੋ ਅਸੀਂ ਮਾਈਨਿੰਗ ਡਿਪਾਰਟਮੈਂਟ ਨਾਲ ਵੀ ਗੱਲਬਾਤ ਕਰਾਂਗੇ, ਲੇਕਿਨ ਐਸਡੀਓ ਸਾਹਿਬ ਜਿਹੜੇ ਨੇ ਇੱਥੇ ਦੇ ਨਹੀਂ, ਜਮਾਲਪੁਰ ਦੇ ਆਏ ਨੇ, ਜਿਹੜੇ ਇੱਥੇ ਦੇ ਸੀਗੇ ਉਹ ਇੱਥੇ ਮੌਕੇ ਤੇ ਨਹੀਂ ਪਹੁੰਚੇ ਨੇ। ਲੇਕਿਨ ਗੱਲ ਕੀਤੀ ਜਾਵੇ, ਗਊ ਰਕਸ਼ਾ ਦਲ ਵਾਲੇ ਵੀ ਕਹਿ ਰਹੇ ਆ ਕਿ ਇੱਥੇ ਕਿਉਂ ਨਹੀਂ ਪੁਖਤਾ ਪ੍ਰਬੰਧ ਕੀਤੇ ਗਏ। ਡੈਰੀਆਂ ਵਾਲੇ ਦਾ ਕਹਿਣਾ ਸੀਗਾ ਕਿ ਅਗਰ ਮਾਈਨਿੰਗ ਕੀਤੀ ਜਾ ਰਹੀ ਹੈ, ਅਸੀਂ ਵਾਅਦਾ ਕਰਦੇ ਹਾਂ
ਕਿ ਜਦੋਂ ਉੱਥੇ ਟਿੱਪਰ ਕੋਈ ਭਰਦਾ ਹੋਊਗਾ ਅਸੀਂ ਉਹਦੇ ਪਿੱਛੇ ਜ਼ਰੂਰ ਜਾਵਾਂਗੇ ਤੇ ਉੱਥੇ ਦੇਖਾਂਗੇ ਕਿੱਥੇ ਡੰਪ ਹੋ ਰਿਹਾ ਵਾ, ਲੇਕਿਨ ਉਹ ਤਸਵੀਰਾਂ ਵੀ ਦਿਖਾਵਾਂਗੇ ਤੇ ਲੇਕਿਨ ਜ਼ਮੀਨੀ ਹਕੀਕਤ ਤੇ ਐਮਐਲਏ ਸਾਹਿਬ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਵੀ ਪੁੱਛਾਂਗੇ ਕਿ ਆਖਿਰ ਮਾਮਲਾ ਕੀ ਹੈ। ਪਹਿਲੇ ਤੁਸੀਂ ਇਹਦੇ ਉੱਤੇ ਕਾਰਵਾਈ ਕਰਾਈ ਸੀਗੀ, ਲੇਕਿਨ ਅੱਜ ਨੂੰ ਦੁਬਾਰਾ ਜਿਹੜਾ ਹੋ ਰਿਹਾ, ਪਰਮਿਸ਼ਨ ਅਪਲਾਈ ਕੀਤੀ ਹੋਈ ਸੀ, ਪਰਮਿਸ਼ਨ ਹੁਣ ਮਿਲੀ ਹੈ। ਬੇਸ਼ੱਕ ਕੀ ਵਿੱਚੋਂ ਦੀ ਨਿਕਲਦਾ ਕੀ ਨਹੀਂ ਨਿਕਲਦਾ, ਲੇਕਿਨ ਇੱਥੇ ਦੇ ਐਸਡੀਓ ਨਹੀਂ ਪਹੁੰਚੇ ਨੇ, ਲੇਕਿਨ ਵੱਡੀ ਖਬਰ ਸੀਗੀ ਜੋ ਲੋਕਾਂ ਨੇ ਸਾਨੂੰ ਬੁਲਾਇਆ ਇੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਉਜਾਗਰ ਕੀਤੀ ਹੈ। ਹੁਣ ਦੇਖਦੇ ਹਾਂ ਕਿ ਇਹ ਰੇਤਾ ਡੰਪ ਕਿੱਥੇ ਹੁੰਦਾ ਵੈ। ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।